सती नहीं पढ़िया। मूर्ख मुगदा जन्म भया। प्रणवत नानक तिनकी सरना। जिन तू नाही विसरिया। बद बखत हम चो बखील गाफिल। बेनजर बेबाक। नानक बगोयद जन तुरा। तेरे चकरा पाखाक। तू सुल्तान कहाँ हो मिया। तेरी कवन वडाई। जो तू दे सो कहा स्वामी। मैं मूर्ख कहन ना जाई। ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ। ਧੰਨ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸੁਭਾਏਮਾਨ। ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਰਸਨ ਦਾ, ਸਤ ਸੰਗਤ ਦੀਆਂ ਘੜੀਆਂ ਮਾਨਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਆਪ ਜੀ ਹੁਣੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਥੇ ਪਾਸੋਂ ਧੁਰ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸੋ ਆਓ ਕੁਝ ਸਮਾਂ ਕੁਝ ਪਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਨਿਵਾਓ, ਅਸੀਸ ਬਖਸ਼ੋ, ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ੍ਰੀ ਮੁਖਵਾਕ ਬਚਨ ਹਨ। ਹਉ ਬਲਿਹਾਰੀ ਤਿਨ੍ਹਾਂ ਦੇ ਸੁਣਤੇ ਹਰ ਕਥਾ। ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹੜੇ ਆ ਕੇ ਗੁਰੂ ਚਰਨਾਂ ਵਿੱਚ ਸਤਿਗੁਰਾਂ ਦੀ ਕਥਾ ਵਾਰਤਾ ਨੂੰ ਸੁਣਦੇ ਨੇ, ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਦੇ ਨੇ। ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਮਹਾਰਾਜ ਸਾਹਿਬ ਜੀ ਉਹਨਾਂ ਨੂੰ ਵੀ ਨਿਵਾਜਦੇ ਨੇ ਜਿਹੜੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਆਪਣਾ ਮੱਥਾ ਟੇਕਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅਦਬ ਸਤਿਕਾਰ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕਰਕੇ
ਸਾਨੂੰ ਜੋ ਇਹ ਬੜਾ ਉੱਚਾ ਸੁੱਚਾ ਸਿਧਾਂਤ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਤ ਸੰਗਤ ਦਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਹੁਕਮ ਕੀਤਾ ਹੈ ਵੀ ਸਿੱਖ ਨਿਤ ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਨੂੰ ਦ੍ਰਿੜ ਕਰੇ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਨੂੰ ਦ੍ਰਿੜ ਕਰੇ। ਜਿਸ ਪ੍ਰਕਾਰ ਇੱਕ ਬੱਚਾ, ਇੱਕ ਸਟੂਡੈਂਟ, ਇੱਕ ਵਿਦਿਆਰਥੀ ਸਕੂਲ ਵਿੱਚ, ਕਾਲਜ ਵਿੱਚ ਪੜ੍ਹਨ ਵਾਸਤੇ ਜਾਂਦਾ ਹੈ ਔਰ ਆਪਣੀ ਸਟੱਡੀ ਨੂੰ ਦ੍ਰਿੜ ਕਰਦਾ ਹੈ, ਫਿਰ ਕਿਸੇ ਮੰਜ਼ਿਲੇ ਮੁਕਾਮ ਤੇ ਪਹੁੰਚਦਾ ਹੈ, ਫਿਰ ਕੋਈ ਡਿਗਰੀ ਪਦਵੀ ਪ੍ਰਾਪਤ ਕਰਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਵੀ ਇੱਕ ਸਕੂਲ ਹੈ, ਕਾਲਜ ਹੈ, ਜਿੱਥੇ ਆ ਕੇ ਆਪਣੇ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਗੁਰਮਤਿ ਸਿੱਖਿਆ ਨੂੰ ਦ੍ਰਿੜ ਕਰਨਾ ਹੈ। ਔਰ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਆ ਕੇ ਹੀ ਅਸੀਂ ਉਸ ਮੰਜ਼ਿਲ ਮੁਕਾਮ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਸ੍ਰੀ ਮੁਖਵਾਕ ਬਚਨ ਹਨ, ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਹਜ਼ੂਰ ਫਰਮਾਉਂਦੇ ਨੇ ਗੁਰੂ ਦੀ ਜਿਹੜੀ ਸੰਗਤ ਹੈ ਇੱਕ ਚਟ ਸਾਲ ਹੈ, ਪਾਠਸ਼ਾਲਾ ਹੈ, ਸਕੂਲ ਹੈ, ਕਾਲਜ ਹੈ, ਯੂਨੀਵਰਸਿਟੀ ਹੈ, ਜਿੱਥੇ ਆ ਕੇ ਸਿੱਖ ਸਿੱਖੀ ਦੇ ਗੁਣ ਗ੍ਰਹਿਣ ਕਰਦਾ, ਭਗਤੀ ਨੂੰ ਦ੍ਰਿੜ ਕਰਦਾ ਹੈ, ਗੁਰੂ ਦੀ ਸਿੱਖਿਆ ਨੂੰ ਪੜ੍ਹਦਾ, ਵਿਚਾਰਦਾ ਤੇ ਗ੍ਰਹਿਣ ਕਰਦਾ ਹੈ। ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਇੱਥੋਂ ਆ ਕੇ ਸਿੱਖੀ ਦੇ ਗੁਣ ਪ੍ਰਾਪਤ ਹੁੰਦੇ। ਚਟ ਸਾਲ ਪਾਠਸ਼ਾਲਾ ਹੈ ਗੁਰੂ ਦੀ। ਹਜ਼ੂਰ ਫਰਮਾਉਂਦੇ ਨੇ ਉੱਤਮ ਸੰਗਤ ਉੱਤਮ ਹੋਵੈ, ਗੁਣ ਕੋ ਧਾਵੈ, ਔਗਣ ਧੋਵੈ। ਇੱਥੇ ਆ ਕੇ ਔਗਣ ਧੋਤੇ ਜਾਂਦੇ ਨੇ ਔਰ ਗੁਣ ਪ੍ਰਾਪਤ ਹੁੰਦੇ ਨੇ। ਗੁਣ ਪਰ ਜਿਨ੍ਹਾਂ ਕੋਲ ਸ਼ੁਭ ਗੁਣ ਆ ਜਾਣ, ਜਿਨ੍ਹਾਂ ਦੀ ਸ਼ੁਭ ਕਰਨੀ ਬਣ ਜਾਏ, ਉਹ ਪਰਮੇਸ਼ਰ ਦੇ ਨੇੜੇ ਹੋ ਜਾਂਦੇ ਹੈ। ਔਰ ਜਿਨ੍ਹਾਂ ਦੇ ਕੋਲ ਔਗਣਾਂ ਦੇ ਭੰਡਾਰ ਇਕੱਠੇ ਹੋ ਜਾਣ, ਕਰਨੀ ਜਿਹੜੀ ਹੈ ਉਹ ਜਿਹੜੀ ਹੈ ਮੰਦ ਕਰਮੀ ਬਣ ਜਾਏ। ਹਜ਼ੂਰ ਗੁਰਬਾਣੀ 'ਚ ਫਰਮਾਉਂਦੇ ਨੇ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਸ਼ੁਭ ਕਰਨੀ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਨਾਲ ਸਤ ਸੰਗਤ ਵਿੱਚ ਆਇਆ ਬਣਦੀ ਹੈ। ਸ਼ੁਭ ਕਰਨੀ ਕਰਕੇ ਜਿਹੜੇ ਨੇ ਉਹ ਪਰਮੇਸ਼ਰ ਦੇ ਨੇੜੇ ਨੇ। ਕਈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਕਈ ਨੇੜੇ ਨੇ ਰੱਬ ਦੇ, ਕਈ ਦੂਰ ਉਹਦੇ ਤੋਂ। ਇਸ ਕਰਕੇ ਮਹਾਰਾਜ ਸਤਿਗੁਰੂ ਸਾਹਿਬ ਜੀ ਕਹਿੰਦੇ ਸ਼ੁਭ ਕਰਨੀ, ਸ਼ੁਭ ਗੁਣ ਗੁਰੂ ਕੋਲੋਂ ਪ੍ਰਾਪਤ ਹੋਣੇ ਆ। ਕੋਈ ਆਖੇ ਵੀ ਸ਼ੁਭ ਗੁਣਾਂ ਦੀ ਕਿਹੜੀ ਲੋੜ ਆ, ਮੇਰੇ ਕੋਲ ਗੱਡੀ ਆ, ਪ੍ਰਾਪਰਟੀ ਬੜੀ ਮੇਰੇ ਕੋਲ, ਹਰੇਕ ਸੁੱਖ ਸਹੂਲਤ ਮਿਲਿਆ, ਧੀਆਂ ਪੁੱਤਰ ਮਿਲੇ ਆ, ਡਾਲਰਾਂ ਪਾਉਂਡਾਂ ਦੀ ਖੇਡੀ ਦਾ ਹੈ, ਗੁਣ ਕੀ ਕਰਨੇ ਸ਼ੁਭ ਗੁਣ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਇਆ ਤੇਰੇ ਸ਼ੁਭ ਗੁਣ ਸੜ ਜਾਣਗੇ। ਹਰ ਬਿਸਰਤ ਤੇਰੇ ਗੁਣ ਗਲਿਆ। ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ, ਭਗਤੀ ਨੂੰ ਦ੍ਰਿੜ ਕਰਨਾ। ਇਸ ਸਤ ਸੰਗਤ ਗੁਰੂ ਦੀ ਚਟਸਾਲ ਹੈ, ਪਾਠਸ਼ਾਲਾ ਹੈ, ਸਕੂਲ ਕਾਲਜ ਹੈ। ਇੱਥੇ ਆ ਕੇ ਸਿੱਖੀ ਨੂੰ ਦ੍ਰਿੜ ਕਰੀਦਾ ਹੈ, ਭਗਤੀ ਨੂੰ, ਗੁਰਸਿੱਖੀ ਦੇ ਗੁਣ ਇੱਥੇ ਪ੍ਰਾਪਤ ਹੁੰਦੇ ਹੈ। ਜਿਹਦੇ ਵਿੱਚੋਂ ਉਹ ਸ਼ੁਭ ਗੁਣ ਚਲੇ ਜਾਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਮੁੱਖਾਂ ਦੀ ਲੈਣ ਵਿੱਚ ਫਿਰ ਆ ਜਾਂਦਾ ਹੈ। ਕੋਈ ਆਖੇ ਵੀ ਸਾਰੇ ਸੁੱਖ ਸਹੂਲਤ ਮਿਲੇ ਹੈ, ਸਤ ਸੰਗਤ ਵਿੱਚ ਆ ਕੇ ਭਗਤੀ ਦ੍ਰਿੜ ਕਰਕੇ ਕੀ ਲੈਣਾ। ਤੋ ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖੀ, ਜਿਤਨੇ ਨਰਕ ਸੇ ਮਨਮੁਖ ਪਹੁੰਚੇ। ਫਿਰ ਜਿਹੜੇ ਸਾਰੇ ਨਰਕ ਬਣੇ ਨਾ, ਫਿਰ ਉਹ ਮਨਮੁਖਾਂ ਲਈ ਬਣੇ, ਉਹਦੇ ਲਈ ਫਿਰ ਤਿਆਰ ਰਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦਾ ਉੱਚਾ ਸੁੱਚਾ ਸਿਧਾਂਤ ਹੈ, ਜਿਹਦੇ ਨਾਲ ਸਿੱਖ ਨੂੰ ਜੁੜੇ ਰਹਿਣਾ ਚਾਹੀਦਾ, ਆ ਕੇ ਨਾਮ ਭਗਤੀ ਨੂੰ ਦ੍ਰਿੜ ਕਰਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖ ਨੂੰ ਸ਼ੁਭ ਸੰਗਤ ਕਰਨ ਦੀ ਤਾਕੀਦ ਕਰਦੇ ਗੁਰਬਾਣੀ ਵਿੱਚ।
और आखदे ने सद संगत मिल रही है माधो जैसे मधुप मखीरा। जिस प्रकार ਜਿਹੜੀਆਂ ਮੱਖੀਆਂ ਨਾ ਸ਼ਹਿਦ ਦੇ ਛੱਤੇ ਨਾਲ ਜੁੜੀਆਂ ਰਹਿੰਦੀਆਂ, ਇਸ ਪ੍ਰਕਾਰ ਸੰਗਤ ਦੇ ਨਾਲ ਸਨੇਹ ਕਰ, ਪ੍ਰੇਮ ਕਰ ਗੁਰੂ ਦੀ ਸੰਗਤ ਨਾਲ। ਹਜ਼ੂਰ ਗੁਰਬਾਣੀ 'ਚ ਫਰਮਾਉਂਦੇ ਨੇ ਸਭ ਕੁਝ ਖੋਜਿਆ ਵੇਖਿਆ ਆ, ਖੋਜਤ ਖੋਜਤ ਪਾਈ ਇਹੋ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਕੋਈ ਅੱਜ ਤੱਕ ਕਰ ਸਕਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਦੀ ਸੰਗਤ ਵਿੱਚ ਆਇਆ ਹੀ ਭਵਸਾਗਰ ਨੂੰ ਤਰ ਸਕਦੇ ਹਾਂ, ਉਹ ਨਹੀਂ ਤਰਿਆ ਜਾ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੋਵੇ, ਜਦੋਂ ਮਨੁੱਖ ਨੂੰ ਉਹਦੇ ਲਾਭ ਦਾ ਪਤਾ ਲੱਗਦਾ ਹੈ, ਉਹਦੇ ਗੁਣਾਂ ਦਾ ਪਤਾ ਲੱਗਦਾ ਹੈ। ਜਿਵੇਂ ਕੋਈ ਚੀਜ਼ ਕੌੜੀ ਹੋਵੇ ਤਾਂ ਮਨੁੱਖ ਉਹਨੂੰ ਖਾਣ ਵਾਸਤੇ ਚਾਹਵਾਨ ਨਹੀਂ ਹੁੰਦਾ। ਮਿੱਠੀ ਚੀਜ਼ ਪਤਾ ਲੱਗਦਾ ਵੀ ਇਹ ਚੀਜ਼ ਮਿੱਠੀ ਹੈ, ਗੁਣਦਾਇਕ ਹੈ, ਲਾਭਦਾਇਕ ਹੈ, ਮਨੁੱਖ ਨੂੰ ਫਿਰ ਖਾਂਦਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਦੀ ਸੰਗਤ ਜਿਹੜੀ ਲਾਭਦਾਇਕ ਹੈ, ਗੁਰਬਾਣੀ 'ਚ ਮਹਾਰਾਜ ਜਣਾਉਂਦੇ ਨੇ, ਵਿਖਾਉਂਦੇ ਨੇ ਔਰ ਆਖਦੇ ਨੇ ਤੇਰੇ ਜੀਵਨ ਵਿੱਚ ਤਬਦੀਲੀ ਗੁਰੂ ਦੀ ਸੰਗਤ ਵਿੱਚ ਆਇਆ ਨਾਮ ਭਗਤੀ ਦ੍ਰਿੜ ਕੀਤਿਆਂ ਹੀ ਹੋ ਸਕਦੀ ਹੈ। ਤੇ ਗੁਰੂ ਦੀ ਸੰਗਤ ਮਨੁੱਖ ਦਾ ਜੀਵਨ ਤਬਦੀਲ ਕਰ ਦਿੰਦੀ ਹੈ, ਬਦਲ ਦਿੰਦੀ ਹੈ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਪਾਵਨ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਿਆ ਹੈ। ਭਗਤ ਸ੍ਰੀ ਕਬੀਰ ਸਾਹਿਬ ਜੀ ਆਖਣ ਲੱਗੇ ਮੈਨੂੰ ਸਾਰੇ ਆਖਦੇ ਆ ਵੀ ਮੈਂ ਵਿਗੜ ਗਿਆ ਹਾਂ। ਤੋ ਇਸ ਕਰਕੇ ਸ੍ਰੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕਾਂ ਦੀ ਨਜ਼ਰਾਂ ਵਿੱਚ ਭਾਵੇਂ ਮੈਂ ਵਿਗੜ ਗਿਆ ਹਾਂ, ਪਰ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਨਾਮ ਭਗਤੀ ਵਿੱਚ ਲੀਨ ਹੋ ਕੇ ਪਰਮੇਸ਼ਰ ਵਾਹਿਗੁਰੂ ਵਿੱਚ ਅਭੇਦਤਾ ਪ੍ਰਾਪਤ ਕਰ ਲਈ ਹੈ। ਭਗਤ ਸ੍ਰੀ ਕਬੀਰ ਸਾਹਿਬ ਜੀ ਆਖਦੇ ਨੇ, ਇੱਕ ਸ਼ਬਦ ਵਿੱਚ ਉਚਾਰਦੇ ਨੇ, ਮਹਾਰਾਜ ਤੋਂ ਸਿੱਖਿਆ ਵੀ ਦਿੰਦੇ ਆ ਵੀ ਕਿਵੇਂ ਸੰਗਤ ਵਿੱਚ ਆਇਆ, ਸਿੱਖਾਂ ਦੀ ਸੰਗਤ ਨੂੰ ਦ੍ਰਿੜ ਕੀਤਿਆਂ, ਗੁਰੂ ਦੀ ਸੰਗਤ ਨੂੰ ਦ੍ਰਿੜ ਕੀਤਿਆਂ ਕਿਵੇਂ ਜੀਵਨ ਵਿੱਚ ਤਬਦੀਲੀ ਆ ਜਾਂਦੀ। ਸ੍ਰੀ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਜ ਭਇਓ ਅਨਕਤ ਹੈ ਨਾ ਜਾਈ। ਚੰਦਨ ਕੈ ਸੰਗ ਤਰਬਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਬਿਗੜਿਓ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਸ੍ਰੀ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਆ ਉਦਾਹਰਨ ਦੇ ਕੇ ਕਿ ਗੁਰੂ ਦੀ ਸੰਗਤ ਕਿਸ ਪ੍ਰਕਾਰ ਜੀਵਨ ਤਬਦੀਲ ਕਰ ਦਿੰਦੀ ਹੈ ਜੇ ਕੋਈ ਆਵੇ ਸੰਗਤ ਵਿੱਚ। ਉਦਾਹਰਨਾਂ ਦਿੰਦੇ ਨੇ ਸ੍ਰੀ ਭਗਤ ਕਬੀਰ ਸਾਹਿਬ ਜੀ। ਗੰਗਾ ਕੇ ਸੰਗ ਸਲਤਾ ਬਿਗੜੀ, ਜਿਸ ਪ੍ਰਕਾਰ ਗੰਗਾ ਦੇ ਜਲ ਨੂੰ ਭਾਰਤ ਵਰਸ਼ ਵਿੱਚ ਪਵਿੱਤਰ ਮੰਨਦੇ ਨੇ, ਜਿਸ ਪ੍ਰਕਾਰ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾ ਕੇ ਉਹਦੇ ਵਿੱਚ ਪੈ ਜਾਂਦਾ ਤੇ ਉਹਨੂੰ ਪਵਿੱਤਰ ਸਮਝਦੇ ਨੇ, ਜਿਵੇਂ ਗੰਦਾ ਪਾਣੀ ਜਾ ਕੇ ਉਹਦੇ ਵਿੱਚ ਪੈ ਗਿਆ ਤਾਂ ਉਹ ਪਵਿੱਤਰ ਬਣ ਜਾਂਦਾ ਹੈ। ਇਵੇਂ ਗੁਰੂ ਦੇ ਚਰਨੀ ਲੱਗਿਆਂ ਸਤ ਸੰਗਤ ਵਿੱਚ ਆਇਆ ਜੀਵਨ ਵਿਗੜ ਜਾਂਦਾ, ਭਾਵ ਤਬਦੀਲ ਹੋ ਜਾਂਦਾ, ਮਨ ਮਤ ਵਾਲੇ ਪਾਸਿਓਂ ਗੁਰਮਤ ਵਾਲੇ ਪਾਸੇ ਆ ਜਾਂਦਾ। ਔਰ ਅੱਗੇ ਉਦਾਹਰਨ ਸ੍ਰੀ ਭਗਤ ਕਬੀਰ ਸਾਹਿਬ ਜੀ ਦਿੰਦੇ ਹੈ, ਚੰਦਨ ਕੇ ਸੰਗ ਤਰਬਰ ਬਿਗੜਿਓ। ਜਿਸ ਪ੍ਰਕਾਰ ਚੰਦਨ ਵਿੱਚ ਇਹ ਖੂਬੀ ਹੈ ਕਿ 52 ਚੰਦਨ ਨਾਮ ਦਾ ਇੱਕ ਚੰਦਨ ਹੈ, ਵਿਸ਼ੇਸ਼ ਕਰਕੇ ਚੰਦਨ ਕਈ ਪ੍ਰਕਾਰ ਦੇ ਹੈ, 52 ਚੰਦਨ ਇੱਕ ਕਹੀ ਜਾਂਦੀ ਕਿਸਮ। ਉਹਦੇ ਨੇੜੇ ਜਿਹੜੇ ਰੁੱਖ ਹੋਰ ਰਹਿੰਦੇ ਆ ਉਹਨਾਂ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਣ ਲੱਗ ਜਾਂਦੀ ਹੈ। ਜਿਸ ਪ੍ਰਕਾਰ ਹੋਰ ਰੁੱਖ ਚੰਦਨ ਦੇ ਨੇੜੇ ਰਹਿਆਂ ਉਹ ਵੀ ਚੰਦਨ ਵਰਗੇ ਹੋ ਜਾਂਦੇ ਆ, ਇਵੇਂ ਗੁਰੂ ਦੀ ਸੰਗਤ ਵਿੱਚ ਰਹਿਆਂ ਜੀਵਨ ਭਗਤੀ ਭਾਵ ਵਾਲਾ ਬਣ ਜਾਂਦਾ ਹੈ। ਪਾਰਸ ਕੇ ਸੰਗ ਤਾਂਬਾ ਵਿਗੜਿਓ। ਪਾਰਸ ਨਾਮ ਦੀ ਧਾਰ ਦੇ ਨਾਲ ਕੋਈ ਆਂਦੇ ਹੋਰ ਧਾਰ ਸੁਹਾਈਏ, ਜਿਵੇਂ ਉਹ ਕੰਚਨ ਬਣ ਜਾਂਦੀ ਨਾ, ਇਸ ਪ੍ਰਕਾਰ ਗੁਰੂ ਦੇ ਸੰਗ ਰਹਿਆਂ ਇਹ ਮਨੂਰ ਜਿਹੜਾ ਹੈ ਸਾਡਾ ਮਨ ਮਨੂਰ ਲੋਹੇ ਵਰਗਾ, ਭਾਵ ਇੱਕ ਤਾਂ ਲੋਹਾ ਆਉਂਦਾ ਨਾ ਜਿਹੜਾ ਕੰਮ ਆਉਂਦਾ, ਇੱਕ ਮਨੂਰ ਲੋਹਾ ਜਿਹੜਾ ਗੜਿਆ ਸੜਿਆ ਜੰਗਾਲਿਆ ਕਿਸੇ ਕੰਮ ਨਹੀਂ ਆਉਂਦਾ। ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਜਨਮਾਂ ਜਨਮਾਂ ਦੀ ਮੈਲ ਲੱਗੀ, ਜੰਗਾਲਿਆ ਲੋਹਾ ਹੋਇਆ ਪਿਆ।
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਰਸ ਸਰੂਪ ਨੇ, ਚੰਦਨ ਸਰੂਪ ਨੇ। ਤੇਰੇ ਸਤ ਸੰਗਤ ਵਿੱਚ ਆ ਕੇ ਇੱਕ ਮਨ ਇੱਕ ਚਿੱਤ ਇਕਾਗਰ ਕਰਕੇ ਗੁਰੂ ਦੇ ਨਾਮ ਵਿੱਚ ਭਗਤੀ ਵਿੱਚ ਆਪਣੀ ਬਿਰਤੀ ਇਕਾਗਰ ਕਰਦੇ ਨੇ, ਸੁਰਤ ਤੇ ਸ਼ਬਦ ਦਾ ਮੇਲ ਕਰਦੇ ਨੇ, ਗੁਰਬਾਣੀ ਸੰਗ ਚਿੱਤ ਜੋੜਦੇ ਨੇ। ਫਿਰ ਗੁਰੂ ਦੀ ਕਿਰਪਾ ਨਾਲ ਜਿਵੇਂ ਚੰਦਨ ਸੰਗ ਮਿਲਿਆ ਉਹ ਤਰਵਰ ਚੰਦਨ ਵਰਗੇ ਹੋ ਗਏ। ਪਾਸ ਦੇ ਸੰਗ ਤਾਂਬਾ ਜਿਹੜਾ ਲੱਗ ਕੇ ਉਹ ਵੀ ਕੰਚਨ ਸੋਨਾ ਬਣ ਗਿਆ। ਇੱਦਾਂ ਗੁਰੂ ਦੇ ਚਰਨੀ ਲੱਗਿਆਂ ਵੀ ਸਿੱਖ ਜਿਹੜਾ ਹੈ ਉਹ ਵੀ ਸ਼ੁਭ ਗੁਣਾਂ ਵਾਲਾ ਬਣ ਜਾਂਦਾ ਹੈ। ਫਿਰ ਸ੍ਰੀ ਭਗਤ ਕਬੀਰ ਸਾਹਿਬ ਜੀ ਨੇ ਅੱਗੇ ਫਰਮਾਇਆ ਹੈ, ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਜਦ ਅਸੀਂ ਗੁਰੂ ਦੀ ਸੰਗਤ ਕੀਤੀ, ਗੁਰਮੁਖਾਂ ਭਗਤ ਜਨਾਂ ਦੀ ਸਤਿਗੁਰੂ ਦੀ ਸੰਗਤ ਕੀਤੀ, ਤਾਂ ਭਗਤ ਕਬੀਰ ਸਿੰਘ ਜੀ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ, ਅਸੀਂ ਵੀ ਪਰਮੇਸ਼ਰ ਦਾ ਸਰੂਪ ਹੋ ਗਏ। ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੈ ਹੈ ਸਾਰਿਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਹੁਣ ਕੋਈ ਪਛਾਣ ਨਹੀਂ ਸਕਦਾ ਕਿ ਭਗਤ ਕਬੀਰ ਕੌਣ ਆ ਤੇ ਰੱਬ ਕੌਣ ਆ, ਕੋਈ ਭੇਦ ਹੀ ਨਹੀਂ। ਇੱਕ ਹੀ ਸਰੂਪ ਹੋ ਗਏ, ਇੱਕ ਹੀ ਰੂਪ ਹੋ ਗਏ। ਇਹ ਬਖਸ਼ਿਸ਼ ਸੰਤਨ ਸੰਗ ਕਬੀਰਾ ਬਿਗਰਿਓ, ਗੁਰਮੁਖਾਂ ਦੀ ਸਤਿਗੁਰੂ ਦੀ ਸੰਗਤ ਦੇ ਸਦਕਾ ਇਹ ਪ੍ਰਾਪਤੀ ਹੁੰਦੀ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ ਸਰੂਪ ਸੰਗਤ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ, ਇੱਕ ਸਿੱਖ ਦੋਈ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਹੁੰਦਾ ਜਿਸ ਦੋ ਗੁਰਮੁਖ ਮਿਲ ਕੇ ਬਹਿ ਜਾਣ, ਸੰਗਤ ਦਾ ਰੂਪ ਹੋ ਜਾਂਦਾ। ਤੇ ਪੰਜਾਂ ਨੂੰ ਪਰਮੇਸ਼ਰ, ਪੰਜਾਂ ਪਿਆਰਿਆਂ ਨੂੰ ਪਰਮੇਸ਼ਰ ਦਾ ਸਰੂਪ ਕਿਹਾ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵਹਿ ਦਰਗਹਿ ਮਾਨ। ਸੋ ਇੱਕ ਸਤ ਸੰਗਤ ਦਾ ਸਰੂਪ ਆ ਹੈ, ਸਭ ਤੋਂ ਉੱਤਮ ਤੇ ਸ੍ਰੇਸ਼ਟ ਸਤ ਸੰਗਤ ਦਾ ਸਰੂਪ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਕਿਹਨੂੰ ਕਹੀਦਾ ਸੰਗਤ ਕੈਸੀ ਹੁੰਦੀ ਹੈ? ਸੰਗਤ ਕੁਐਸਚਨ ਕਰਦੇ ਮਹਾਰਾਜ, ਉਹਦਾ ਫਿਰ ਆਨਸਰ ਉੱਤਰ ਵੀ ਆਪ ਦਿੰਦੇ। ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਨਾਮ ਦੀ ਵਿਆਖਿਆ ਹੁੰਦੀ ਹੈ, ਉਹ ਸਤ ਸੰਗਤ ਦਾ ਸਰੂਪ ਆ ਉੱਤਮ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਉੱਥੇ ਬਹਿ ਕੇ ਹੀ ਬ੍ਰਹਮ ਗਿਆਨ ਦੀ, ਬ੍ਰਹਮ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹ ਸਤ ਸੰਗਤ ਦਾ ਰੂਪ ਮਹਾਰਾਜ ਨੇ ਗੁਰਬਾਣੀ 'ਚ ਦੱਸਿਆ, ਦੇ ਨਾਲੇ ਸੁਚੇਤ ਵੀ ਕਰ ਦਿੱਤਾ ਵੀ ਕੋਈ ਹੋਰ ਉੱਤੇ ਚੰਦੋਆ ਲਾ ਕੇ ਤੇ ਗੱਦੀ ਲਾ ਕੇ ਤੇ ਬਹਿ ਕੇ ਆਖੇ ਵੀ ਮੈਂ ਗੁਰੂ ਹਾਂ ਤੇ ਆ ਵੀ ਸਾਰੇ ਅੱਗੇ ਬੈਠੀ ਸੰਗਤ ਆ, ਕਿਤੇ ਉੱਥੋਂ ਸੁਚੇਤ ਵੀ ਮਹਾਰਾਜ ਜੀ ਨੇ ਕਰ ਦਿੱਤਾ ਤੇ ਨਾਲੇ ਸੰਗਤ ਦਾ ਆ ਸਰੂਪ ਦੱਸ ਦਿੱਤਾ। ਗੁਰਬਾਣੀ 'ਚ ਮਹਾਰਾਜ ਫਰਮਾਉਂਦੇ ਨੇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਜਿੱਥੇ ਭਾਵ ਪੋਥੀ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਪਰਮੇਸ਼ਰ ਵਾਹਿਗੁਰੂ ਜੀ ਨੇ। ਤੇ ਉੱਥੇ ਸਤ ਸੰਗਤ ਵਿੱਚ ਬਹਿ ਕੇ ਜਿਹੜੇ ਗੁਣ ਗਾਉਂਦੇ ਨੇ ਵਾਹਿਗੁਰੂ ਦੇ, ਉਹਨਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਹੋਰ ਕੋਈ ਕੱਲਾ ਤੋਂ ਕੱਲਾ ਚੌਂਦੋਆ ਲਾ ਕੇ ਚੌਰ ਚਲਾ ਲਏ ਤੇ ਗੁਰੂ ਬਣ ਜਾਏ ਤੇ ਆਖਿਆ ਵੀ ਸੰਗਤ ਆ। ਇੱਕ ਤਾਂ ਇਹ ਵੀ ਦੱਸ ਦਿੱਤਾ, ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗਤ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਉੱਥੇ ਬਹਿ ਕੇ ਜਿਹੜੇ ਬ੍ਰਹਮ ਵਾਹਿਗੁਰੂ ਦੇ ਗੁਣ ਗਾਉਣਗੇ, ਉਹਨਾਂ ਨੂੰ ਬ੍ਰਹਮ ਗਿਆਨ ਦੀ, ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਭਾਈ ਗੁਰਦਾਸ ਜੀ ਜਿਵੇਂ ਕਿਹਾ, ਇੱਕ ਸਿੱਖ ਦੋਈ ਸਾਧ ਸੰਗ, ਇੱਕ ਸੰਗਤ ਦਾ ਸਰੂਪ ਆ ਹੋ ਗਿਆ। ਉੱਤਮ ਸ੍ਰੇਸ਼ਟ ਸੰਗਤ, ਸਭ ਤੋਂ ਉੱਤਮ ਸਰੂਪ ਸੰਗਤ ਦਾ ਗੁਰੂ ਚਰਨਾਂ ਵਿੱਚ ਬਹਿ ਕੇ ਸਿੱਖੀ ਨੂੰ ਦ੍ਰਿੜ ਕਰਨਾ, ਭਗਤੀ ਨੂੰ, ਨਾਮ ਨੂੰ, ਸਿਮਰਨ ਨੂੰ। ਅਰ ਦੋਈ ਇੱਕ ਸਿੱਖ ਦੋਈ ਸਾਧ ਸੰਗ, ਜਿੱਥੇ ਦੋ ਸਿੱਖ ਮਿਲ ਜਾਣ। ਹੁਣ ਉੱਥੇ ਭਾਈ ਗੁਰਦਾਸ ਜੀ ਨੇ ਸਾਡੀ ਸੁਸਾਇਟੀ ਦੀ ਗੱਲ ਕੀਤੀ, ਜਿੱਥੇ ਰਹਿੰਦੇ ਆ, ਵਿਚਰਦੇ ਆ। ਉਹ ਸਾਡਾ ਜਿਹੜਾ ਮੇਲ ਜੋੜਿਆ ਉਹ ਚੰਗਿਆਂ ਨਾਲ ਹੋਣਾ ਚਾਹੀਦਾ ਹੈ, ਭਗਤੀ ਭਾਵ ਵਾਲਿਆਂ ਦੇ ਨਾਲ ਹੋਣਾ ਚਾਹੀਦਾ। ਸੁਸਾਇਟੀ ਵਿੱਚ ਅਸੀਂ ਕਿਹਨਾਂ ਨਾਲ ਬਹਿੰਦੇ ਆ, ਉੱਠਦੇ ਆ, ਖਲੋਨੇ ਆ। ਮਹਾਰਾਜ ਜੀ ਕਹਿੰਦੇ ਉਹ ਵੀ ਸੰਗ ਚੰਗਿਆਂ ਦੇ ਨਾਲ ਰੱਖ, ਉਹ ਵੀ ਇੱਕ ਸੰਗਤ ਦਾ ਸਰੂਪ ਆ। ਘਰ ਵਿੱਚ ਟੀਵੀ ਆ ਗਿਆ, ਮੋਬਾਈਲ ਹੱਥ ਵਿੱਚ ਆ ਗਿਆ, ਉਹ ਵੀ ਹੁਣ ਤੁਹਾਡਾ ਇੱਕ ਸਾਥੀ ਬਣ ਗਿਆ। ਗੁਰਸਿੱਖਾਂ ਦੇ ਸੰਗ ਸਾਥ ਰੱਖਣਾ, ਸੁਸਾਇਟੀ ਵਿੱਚ ਵੀ ਗੁਰਮੁਖਾਂ ਦੇ ਸੰਗ ਹੀ ਰੱਖਣਾ, ਚੰਗਿਆਂ ਦੇ ਨਾਲ ਬਹਿਣਾ, ਉੱਠਣਾ, ਖਲੋਣਾ। ਗੁਰਸਿੱਖਾਂ ਸਿੰਘਾਂ ਦੀ ਸੰਗਤ ਕਰਨੀ, ਇਹਦੇ ਨਾਲ ਜੀਵਨ ਉੱਤਮ ਸ੍ਰੇਸ਼ਟ ਬਣ ਜਾਂਦਾ। ਇਸ ਵਿਆਖਿਆ ਨੂੰ ਫਿਰ ਮਹਾਰਾਜ ਜੀ ਨੇ ਜਿੱਥੇ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਨੇ ਗੁਰਮੁਖਾਂ ਦੀ, ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤ ਸੰਗਤ ਕਰਨ ਦੀ ਤਾਕੀਦ ਕੀਤੀ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਮਨਮੁਖ ਨੇ
ਸਾਗਤ ਨੇ, ਰੱਬ ਤੋਂ ਟੁੱਟੇ ਹੋਏ ਨੇ, ਉਹਨਾਂ ਤੋਂ ਦੂਰ ਰਹਿਣ ਵਾਸਤੇ ਵੀ ਮਹਾਰਾਜ ਜੀ ਨੇ ਸੁਚੇਤ ਕੀਤਾ ਹੈ। ਜਿੱਥੇ ਮਹਾਰਾਜ ਸੇ ਜਿਸ ਪ੍ਰਕਾਰ ਇੱਕ ਬੀਜ ਬੀਜੀਦਾ ਹੈ, ਖੇਤੀ ਵਾਹੀਦੀ ਹੈ, ਉਹਦੇ ਵਿੱਚ ਬੀਜ ਬੀਜੀਦਾ ਹੈ, ਫਿਰ ਉਹਦੀ ਰਖਵਾਲੀ ਵੀ ਕਰਨੀ ਪੈਂਦੀ ਹੈ, ਉਹਨੂੰ ਵਾੜ ਵੀ ਲਾਉਣੀ ਪੈਂਦੀ ਹੈ ਕਿ ਫਸਲ ਕੋਈ ਉਜਾੜ ਨਾ ਜਾਏ, ਬਰਬਾਦ ਨਾ ਕਰ ਜਾਏ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਤਸੰਗਤ ਵਿੱਚ ਆ ਕੇ ਭਗਤੀ ਦਾ ਬੀਜ ਬੀਜਣ ਲਈ ਹਿਰਦੇ ਵਿੱਚ ਆਖਿਆ। ਉੱਥੇ ਫਿਰ ਮਹਾਰਾਜ ਜੀ ਨੇ ਕੁਰੀਤੀਆਂ ਤੋਂ, ਵਿਕਾਰਾਂ ਤੋਂ, ਮਨਮੁਖਾਂ ਦੀ ਸੰਗਤ ਤੋਂ ਦੂਰ ਰਹਿਣ ਵਾਸਤੇ ਵੀ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਹਜ਼ੂਰ ਗੁਰਬਾਣੀ ਵਿੱਚ ਫਰਮਾਉਂਦੇ ਨੇ, ਕਬੀਰ ਸਾਗਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਸਾਧਕਾਂ ਸਾਗਤ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਉਹਨਾਂ ਦੀ ਵੀ ਸਤ ਸੰਗਤ ਨਹੀਂ ਕਦੇ ਵੀ ਕਰਨੀ ਹੈ। ਉਹਨਾਂ ਤੋਂ ਵੀ ਦੂਰ ਰਹੋਗੇ, ਤੁਹਾਡਾ ਜੀਵਨ ਬਚਿਆ ਰਹੇਗਾ। ਸਤਿਗੁਰੂ ਸਾਹਿਬ ਜੀ ਜਿਵੇਂ ਗੁਰਬਾਣੀ ਵਿੱਚ ਫਰਮਾਉਂਦੇ ਹੈ, ਹਜ਼ੂਰ ਕਿਰਪਾ ਕਰਦੇ ਹੈ, ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਐ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਨ ਆਪਣਾ ਸੁਆਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਸੱਚੀ ਬੈਸ, ਸੱਚਾ ਬਹਿਣਾ ਉਹਨਾਂ ਸੰਗ ਕਰੋ, ਉਹਨਾਂ ਗੁਰਮੁਖਾਂ ਸੰਗ ਪ੍ਰੇਮ ਬਣਾਓ, ਜਿਹੜਾ ਰੋਜ਼ ਮੰਗਦੇ ਅਰਦਾਸ ਵਿੱਚ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ। ਇਹ ਰੋਜ਼ ਮੰਗਦੇ, ਹਿਰਦਿਓਂ ਮੰਗਣਾ ਚਾਹੀਦਾ ਹੈ। ਸੱਚਮੁੱਚ ਹੀ ਗੁਰਮੁਖਾਂ ਦੀ ਸੰਗਤ ਮਿਲੇ, ਉਹਨਾਂ ਨੂੰ ਮਿਲਿਆ ਵਾਹਿਗੁਰੂ ਚੇਤੇ ਆਉਂਦਾ। ਜੇ ਇਕੱਲਾ ਕਹਿ ਦਿੱਤਾ ਤੇ ਕਈ ਮਨਮੁਖਾਂ ਦੀ ਸੰਗਤ ਹੀ ਗਏ, ਟੀਵੀ ਵਿੱਚ ਵੀ ਮਨਮੁਖੀ ਸੁਣੇ, ਮੋਬਾਈਲ ਵਿੱਚ ਵੀ ਮਨਮੁਖੀ ਵੇਖੇ, ਸੁਸਾਇਟੀ ਵਿੱਚ ਵੀ ਮਨਮੁਖਾਂ ਸੰਗ ਹੀ ਬਹਿਣਾ ਉੱਠਣਾ ਹੋਇਆ, ਫਿਰ ਜੀਵਨ ਐਸਾ ਨਹੀਂ ਹੋਏਗਾ ਪਵਿੱਤਰ। ਸੋ ਮਹਾਰਾਜ ਜੀ ਨੇ ਜਿੱਥੇ ਗੁਰੂ ਦੀ ਸੰਗਤ ਕਰਨ ਲਈ ਕਿਹਾ, ਉੱਥੇ ਮਨਮੁਖਾਂ ਤੋਂ ਦੂਰ ਰਹਿਣ ਲਈ ਵੀ ਤਾਕੀਦ ਸਿੱਖਿਆ, ਸੁਚੇਤ ਕਰ ਦਿੱਤਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਉ, ਉਹਨਾਂ ਸੰਗ ਬੈਸਕ ਭਾਵ ਬਹਿਣਾ ਕਰੋ, ਜਿਨ੍ਹਾਂ ਸੰਗ ਬਹਿ ਕੇ ਰੱਬ ਚੇਤੇ ਆਉਂਦਾ ਹੈ। ਅਰ ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਨ ਆਪਣਾ ਸੁਆਓ। ਜਿਹੜੇ ਸਵਾਰਥੀ ਨੇ ਨਾ, ਜਿਹਨਾਂ ਆਪਣਾ ਹੀ ਸਵਾਰਥ ਹੈ, ਲਾਲਚੀ ਸਵਾਰਥੀ ਹੈ, ਉਹਨਾਂ ਦੀ ਸੰਗਤ ਤੋਂ ਦੂਰ ਰਹਿਆ ਕਰੋ। ਮਹਾਰਾਜ ਜੀ ਸਿੱਖਿਆ ਦਿੰਦੇ ਆ, ਮਨਮੁਖਾਂ ਤੋਂ ਦੂਰ ਰਹੋ। ਸਵਾਰਥੀ ਜਿਹੜੇ ਨੇ, ਸਵਾਰਥੀ ਤੋ ਮਹਾਰਾਜ ਗੁਰਬਾਣੀ ਚ ਅੱਗੇ ਫਰਮਾਉਂਦੇ ਆ ਵੀ ਸਵਾਰਥੀ ਜਿਹੜਾ ਹੁੰਦਾ ਹੈ ਨਾ, ਉਹ ਮਨਮੁਖ ਹੁੰਦਾ, ਤੇ ਉਹ ਕਿਸੇ ਦਾ ਕਾਰਜ ਨਹੀਂ ਸਵਾਰ ਸਕਦਾ ਹੈ। ਹਜ਼ੂਰ ਗੁਰਬਾਣੀ ਚ ਫਰਮਾਉਂਦੇ ਨੇ, ਮਨਮੁਖ ਆਪ ਸਵਾਰਥੀ, ਕਾਰਜ ਨਾ ਸਕਹਿ ਸਵਾਰ। ਉਹ ਸਵਾਰਥੀ ਸਵੈਰਥੀ ਹੁੰਦਾ, ਸਵਾਰਥੀ ਹੁੰਦਾ ਹੈ, ਆਪਣੀ ਮਤਲਬ ਤੱਕ ਹੁੰਦਾ ਕੇਵਲ, ਉਹ ਕਿਸੇ ਦਾ ਕੋਈ ਕਾਰਜ ਸਵਾਰ ਨਹੀਂ ਸਕਦਾ ਹੈ। ਉਹਨਾਂ ਦੀ ਸੰਗਤ ਤੋਂ ਮਹਾਰਾਜ ਜੀ ਨੇ ਦੂਰ ਰਹਿਣ ਲਈ ਆਖਿਆ ਹੈ। ਉਹ ਕਿਸੇ ਦਾ ਕਾਰਜ ਸਵਾਰ ਨਹੀਂ ਸਕਦਾ, ਉਹਦੇ ਹਿਰਦੇ ਵਿੱਚ ਕਰੁਣਾ ਨਹੀਂ, ਦਇਆ ਨਹੀਂ, ਮੈਤਰੀ ਭਾਵ ਨਹੀਂ, ਕੇਵਲ ਮਤਬਲ ਹੈ। ਔਰ ਜਿਹਦੇ ਹਿਰਦੇ ਵਿੱਚ ਕੋਈ ਕਰੁਣਾ ਨਹੀਂ, ਦਇਆ ਨਹੀਂ ਹੈ, ਉਹ ਕਿਸ ਤਰ੍ਹਾਂ ਕਿਸੇ ਦਾ ਭਲਾ ਕਰ ਸਕਦਾ ਹੈ। ਜਿਹੜਾ ਆਪ ਪੱਥਰ ਰੂਪ ਹੈ, ਜਿਹੜਾ ਆਪ ਪੱਥਰ ਬਣਿਆ ਹੋਇਆ ਹੈ, ਉਹ ਕਿਵੇਂ ਕਿਸੇ ਦਾ ਭਲਾ ਕਰ ਸਕਦਾ, ਕਿਸੇ ਦਾ ਸਵਾਰ ਸਕਦਾ ਹੈ? ਉਹ ਕਿਸੇ ਦਾ ਇਸ ਪ੍ਰਕਾਰ ਸਵਾਰ ਹੀ ਨਹੀਂ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ, ਰਹਿਮਤ ਕਰਦੇ ਸਾਡੇ ਉੱਤੇ, ਸਾਨੂੰ ਇਹ ਗੱਲ ਸਮਝਾਉਂਦੇ ਆ, ਜਿੱਥੇ ਗੁਰਮੁਖਾਂ ਦੀ ਸੰਗਤ ਕਰਨੀ, ਉੱਥੇ ਮਨਮੁਖਾਂ ਦੀ ਸੰਗਤ ਤੋਂ ਵੀ ਬਚ ਕੇ ਰਹਿਣਾ ਹੈ। ਤਾਂ ਜੀਵਨ ਤੇਰਾ ਜਿਹੜਾ ਉਹ ਚੜ੍ਹਦੀ ਕਲਾ ਵਾਲੇ ਪਾਸੇ ਜਾਵੇਗਾ, ਉਸ ਪ੍ਰਕਾਰ ਨਿਵਾਣ ਵਾਲੇ ਪਾਸੇ ਜਾਏਗਾ ਜੇ ਮਨਮੁਖਾਂ ਦੀ ਸੰਗਤ ਕਰੋਗੇ। ਜਿਹੜੇ ਸੱਚੀ ਬੈਸਕ ਤਿੰਨ ਸੰਗ, ਜਿਨ ਸੰਗ ਜਪੀਐ ਨਾਉ ਦੀ ਤਾਕੀਦ ਕੀਤੀ ਹੈ ਮਹਾਰਾਜ ਜੀ ਨੇ। ਔਰ ਮਨਮੁਖ ਜਿਹੜੇ, ਉਹਨਾਂ ਤੋਂ ਦੂਰ ਰਹਿਣ ਲਈ ਕਿਹਾ, ਕਿਉਂਕਿ ਉਹ ਸਵਾਰਥੀ ਹੁੰਦੇ, ਕਿਸੇ ਦਾ ਕਾਰਜ ਸਵਾਰ ਨਹੀਂ ਸਕਦੇ। ਉਹਨਾਂ ਦੇ ਹਿਰਦੇ ਵਿੱਚ ਜਿਸ ਪ੍ਰਕਾਰ ਕੋਈ ਦਇਆ ਨਹੀਂ, ਕਰਨਾ ਹੀ ਨਹੀਂ ਹੈ। ਹਿਰਦੇ ਵਿੱਚ ਦਇਆ ਹੋਏਗੀ ਫਿਰ ਹੀ ਕਿਸੇ ਦਾ ਭਲਾ ਕਰਾਂਗੇ ਨਾ। ਮਨਮੁਖ ਦੇ ਹਿਰਦੇ ਵਿੱਚ ਨਹੀਂ ਉਹ ਕਰੁਣਾ, ਉਹ ਦਇਆ, ਤੇ ਜਿੱਥੇ ਦਇਆ ਨਹੀਂ ਹੈ ਉੱਥੇ ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਜੋਤ ਕਦੇ ਹੀ ਨਹੀਂ ਪ੍ਰਗਟ ਹੋ ਸਕਦੀ। ਹਜ਼ੂਰ ਗੁਰਬਾਣੀ 'ਚ ਫਰਮਾਉਂਦੇ, ਨਿਰਦਇਆ ਨਹੀਂ ਜੋਤ ਉਜਾਲਾ। ਨਿਰਦਈ ਹਿਰਦੇ ਵਿੱਚ ਨਹੀਂ ਕਦੇ ਵੀ ਆ ਕੇ ਪਰਮੇਸ਼ਰ ਵਾਹਿਗੁਰੂ ਦੀ ਜੋਤ ਪ੍ਰਗਟ ਹੁੰਦੀ ਹੈ। ਉਹ ਪੱਥਰ ਚਿੱਤ ਹੈ, ਕਿਉਂਕਿ ਉਹਨਾਂ ਦਾ ਜਿਹੜਾ ਸੰਗ ਹੈ ਮਨਮੁਖਾਂ ਦਾ, ਉਹ ਮਤਬਲ ਤੱਕ ਹੈ। ਮਨਮੁਖਾਂ ਕੀ ਦੀ ਦੋਸਤੀ, ਮਾਇਆ ਕਾ ਸੰਬੰਧ। ਅੱਗੇ ਮਹਾਰਾਜ ਫਰਮਾਉਂਦੇ ਨੇ, ਜਿਚਰ ਪਹਿਨਣ ਖਾਵਣੇ, ਤਿਚਰ ਰੱਖਣ ਗੰਢ।
ਜਿਸ ਦਿਨ ਕਿਛੂ ਨਾ ਹੋਵਈ ਤਿਸ ਦਿਨ ਬੋਲਣ ਗੰਦ। ਇਹ ਤਾਂ ਜਿੰਨੀ ਦੇਰ ਤੱਕ ਲੈਣ ਦੇਣ ਉਹਨਾਂ ਦੇ ਨਾਲ ਕਰਦੇ ਰਹੋ, ਲੈਣ ਦੇਣ ਕਰਦੇ ਰਹੋ ਜਿੰਨੀ ਦੇਰ ਤੱਕ, ਉਨੀ ਦੇਰ ਤੱਕ ਹੀ ਉਹ ਮੇਰਾ ਮੇਰਾ ਕਹਿੰਦੇ ਆ, ਸਤਿਕਾਰ ਕਰਦੇ ਆ, ਰਿਸਪੈਕਟ ਕਰਦੇ ਆ। ਜਦੋਂ ਕੋਈ ਗਰਜ ਪੂਰੀ ਨਾ ਹੋਈ, ਕੋਈ ਪ੍ਰਾਪਤੀ ਨਾ ਹੋਈ, ਉਸੇ ਮੂੰਹ ਦੇ ਨਾਲ ਜਿਹਦੇ ਨਾਲ ਮੇਰਾ ਮਿੱਤਰ ਕਰਦੇ ਸੀ, ਬੜਾ ਚੰਗਾ ਹੈ, ਬੜਾ ਚੰਗਾ ਆ, ਪਰ ਜਦੋਂ ਸਵਾਰਥ ਪੂਰਾ ਨਾ ਹੋਇਆ, ਉਸੇ ਮੂੰਹ ਦੇ ਨਾਲ ਫਿਰ ਉਹਨੂੰ ਗੰਦ ਵੀ ਬੋਲਦੇ, ਨਿੰਦਾ ਵੀ ਕਰਦੇ, ਉਹਨੂੰ ਮਾੜਾ ਵੀ ਕਹਿੰਦੇ ਆ। ਐਸੇ ਸਵਾਰਥੀਆਂ ਤੋਂ ਮਹਾਰਾਜ ਜੀ ਕਹਿੰਦੇ ਭਾਈ ਦੂਰ ਰਹਿਓ, ਦੂਰ। ਜਿਹੜੇ ਤੁਹਾਡੇ ਮਨ ਵਿੱਚ ਭੇਦ ਪਾ ਦੇਣ, ਭੇਦ ਤੁਹਾਡੇ ਮਨ ਵਿੱਚ ਤਰਕ ਵਿਤਰਕ ਲੈ ਆਉਣ, ਸ਼ਰਧਾ ਤੁਹਾਡੀ ਤੋੜ ਦੇਣ, ਐਸੇ ਤਰਕ ਵਿਤਰਕੀਆਂ ਤੋਂ ਵੀ ਮਹਾਰਾਜ ਜੀ ਨੇ ਦੂਰ ਰਹਿਣ ਵਾਸਤੇ ਆਖਿਆ ਹੈ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਗੁਰਬਾਣੀ ਵੀ ਫਰਮਾਉਂਦੇ ਨਾ, ਰਵਿਦਾਸ ਸਮਦਲ ਸਮਝਾਵੇ ਕੋ। ਜਿਹੜੇ ਸਾਨੂੰ ਸੰਬਿਰਤੀ ਭਾਵ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਿਖਾਉਣ, ਭਾਵ ਸ਼ਰਧਾ ਭਾਵਨਾ ਸਾਡੇ ਹਿਰਦੇ ਵਿੱਚ ਪੈਦਾ ਕਰਨ, ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਜਿਹੜੇ ਕਰਵਾ ਦੇਣ, ਐਸਿਆਂ ਦੇ ਨਾਲ ਮਹਾਰਾਜ ਸਾਹਿਬ ਜੀ ਸਾਡਾ ਮੇਲ ਕਰਾਓ, ਤਰਕਵਾਦੀਆਂ ਦੇ ਨਾਲ ਨਹੀਂ, ਜਿਹੜੇ ਸ਼ਰਧਾ ਭਾਵਨਾ ਦਾ ਕਤਲ ਹੀ ਕਰ ਸੁੱਟਦੇ ਐ। ਮਨ ਵਿੱਚ ਤਰਕ ਵਿਤਰਕ ਕੁਐਸਚਨਾਂ ਦੇ ਅੰਬਾਰ ਲਾ ਦਿੰਦੇ, ਪ੍ਰਸ਼ਨ ਹੀ ਭਰ ਦਿੰਦੇ ਮਨ ਵਿੱਚ। ਜਿਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਇਹ ਜਦੋਂ ਦਾਤ ਵਾਹਿਗੁਰੂ ਕੋਲੋਂ ਮੰਗਦੇ ਆ, ਉੱਥੇ ਜਿਸ ਪ੍ਰਕਾਰ ਇੱਕ ਵਿਥਿਆ ਆਉਂਦੀ ਹੈ ਕਿ ਇਹ ਜਿਹੜੇ ਭੇਦਵਾਦੀ ਹੁੰਦੇ ਐ, ਤਰਕਵਾਦੀ ਹੁੰਦੇ ਐ, ਕਿ ਇਸ ਪ੍ਰਕਾਰ ਜਿਹੜਾ ਹੈ ਇਹ ਮਨੁੱਖ ਦੇ ਮਨ ਵਿੱਚ ਤਰਕ ਪਾ ਦਿੰਦੇ ਐ, ਮਨੁੱਖ ਦੇ ਮਨ ਵਿੱਚ ਇਹ ਭੇਦ ਪਾ ਦਿੰਦੇ ਐ, ਉੱਥੇ ਜਿੱਥੇ ਦੁਬਦਾ ਪਾ ਦਿੰਦੇ ਆ। ਮਹਾਰਾਜ ਕਹਿੰਦੇ ਦੁਬਦਾ ਬੌਰੀ ਮਨ ਬੌਰਾਇਆ। ਦੁਬਦਾ ਵਿੱਚ ਤਾਂ ਬੰਦੇ ਦਾ ਮਨ ਬੁੱਧੀ ਇਹ ਤਾਂ ਬੌਰੀ ਹੋਈ ਰਹਿੰਦੀ ਹੈ। ਬੌਰਾ ਹੋਇਆ ਜਿਹੜਾ ਬੰਦਾ ਹੈ ਉਹ ਕੀ ਪ੍ਰਾਪਤੀ ਕਰ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ, ਰਵਿਦਾਸ ਸਮਦਲ ਸਮਝਾਵੇ ਕਹੂ। ਮਹਾਰਾਜ ਭੇਦਵਾਦੀਆਂ ਤੋਂ ਬਚਾ ਕੇ ਰੱਖਿਓ, ਜਿਹੜੇ ਮਨ ਵਿੱਚ ਤਰਕ ਪਾਉਂਦੇ ਆ। ਕਿਸ ਪ੍ਰਕਾਰ ਉੱਥੇ ਜਿਵੇਂ ਇੱਕ ਵਿਥਿਆ ਆਉਂਦੀ ਹੈ, ਜਿਸ ਪ੍ਰਕਾਰ ਇੱਕ ਮਨੁੱਖ ਕਿਸੇ ਮੰਡੀ ਵਿੱਚ ਜਾਂਦਾ ਹੈ, ਉੱਥੋਂ ਜਾ ਕੇ ਉਹ ਇੱਕ ਬੱਕਰੀ ਖਰੀਦ ਲੈਂਦਾ ਹੈ ਤੇ ਖਰੀਦ ਕੇ ਆਪਣੇ ਘਰ ਲੈ ਜਾਂਦਾ। ਘਰ ਨੂੰ ਜਦੋਂ ਜਾ ਰਿਹਾ ਹੁੰਦਾ ਹੈ, ਰਸਤੇ ਵਿੱਚ ਚਾਰ ਭੇਦਵਾਦੀ ਉਹਨੂੰ ਮਿਲ ਜਾਂਦੇ। ਭੇਦ ਮਨ ਵਿੱਚ ਜਿਹੜੇ ਪਾ ਦਿੰਦੇ ਆ, ਦੁਬਦਾ, ਤਰਕ, ਸ਼ੰਕਾ ਪਾ ਦਿੰਦੇ ਜਿਹੜੇ। ਉਹ ਜਿਹੜੇ ਚਾਰ ਸਨ ਉਹ ਭੇਦਵਾਦੀ ਸਨ, ਭਾਵ ਉਹ ਚੋਰ ਸਨ, ਠੱਗ ਸਨ। ਉਹ ਚਾਰੇ ਜਿਹੜੇ ਨੇ ਰਸਤੇ ਵਿੱਚ ਖਲੋ ਗਏ ਔਰ ਆਖਣ ਲੱਗੇ ਵੀ ਇਹਦੇ ਕੋਲੋਂ ਆ ਜਿਹੜੀ ਇਹ ਬੱਕਰੀ ਖਰੀਦ ਕੇ ਲੈ ਜਾ ਰਿਹਾ ਨਾ, ਦ੍ਰਿਸ਼ਟਾਂਤ ਕੋਈ ਸਾਖੀ ਹੁੰਦੀ ਹੈ, ਇਹ ਅਸਲ ਭਾਵ ਨੂੰ ਸਮਝਣ ਲਈ ਹੁੰਦੀ, ਸਹਾਇਤਾ ਲਈ। ਰਾਸਤੇ ਵਿੱਚ ਜਦ ਉਹ ਤੁਰਿਆ ਜਾ ਰਿਹਾ, ਚਾਰੇ ਭੇਦਵਾਦੀਆਂ ਨੇ ਸਲਾਹ ਕੀਤੀ ਵੀ ਇਹਦੇ ਕੋਲੋਂ ਆ ਜਿਹੜੀ ਬੱਕਰੀ ਆਪਾਂ ਨੂੰ ਖੋਹ ਲੈਣੀ ਹੈ। ਚਾਰੇ ਮੋੜਾਂ ਤੇ ਜਾ ਕੇ ਖਲੋ ਗਏ ਜਿੱਥੇ ਉਹਨੇ ਪਹੁੰਚਣਾ ਸੀ। ਪਹਿਲਾ ਜਿਹੜਾ ਉਹਨੂੰ ਮਿਲਿਆ, ਉਹਨੂੰ ਆਖਣ ਲੱਗਾ ਭਾਈ ਕੀ ਖਰੀਦ ਕੇ ਲਿਜਾ ਰਿਹਾ? ਉਹ ਆਖਣ ਲੱਗਾ ਤੈਨੂੰ ਦਿਸਦਾ ਨਹੀਂ ਇਹ ਮੈਂ ਬੱਕਰੀ ਖਰੀਦ ਕੇ ਲਿਜਾ ਰਿਹਾ। ਉਹ ਆਖਦਾ ਵੀ ਤੂੰ ਸ਼ੋ ਰਿਹਾ ਇਹ ਬੱਕਰੀ ਆ। ਆਖਣ ਲੱਗਾ ਤੈਨੂੰ ਕੀ ਦਿਸਦਾ ਬੱਕਰੀ ਆ? ਆਂਦਾ ਮੈਨੂੰ ਤੇ ਕੁੱਤਾ ਪ੍ਰਤੀਤ ਹੁੰਦਾ ਵੀ ਤੂੰ ਕੁੱਤਾ ਲਈ ਜਾ ਰਿਹਾ। ਉਹਦੀ ਗੱਲ ਨੂੰ ਅਣਗੌਲਿਆਂ ਕਰ ਦਿੰਦਾ ਵੀ ਇਹ ਪਾਗਲ ਲੱਗਦਾ ਮੈਨੂੰ, ਗਾਂਹ ਲੰਘ ਜਾਂਦਾ। ਪਰ ਜੇ ਦੂਸਰਾ ਅੱਗੇ ਖਲੋਤਾ ਹੁੰਦਾ, ਉਹਨਾਂ ਦੀ ਸਲਾਹ ਬਣਾਈ ਹੁੰਦੀ ਹੈ, ਜੋ ਦੂਸਰਾ ਮਿਲਦਾ ਹੈ ਉਹ ਇਹਨੂੰ ਆਖਦਾ ਕੀ ਖਰੀਦ ਕੇ ਲਿਜਾ ਰਿਹਾ? ਕਹਿੰਦਾ ਬੱਕਰੀ ਹੈ। ਕਹਿੰਦਾ ਨਹੀਂ ਇਹ ਤੇ ਤੂੰ ਠੱਗਿਆ ਗਿਆ, ਇਹ ਤਾਂ ਕੁੱਤਾ ਖਰੀਦ ਕੇ ਲਿਜਾ ਰਿਹਾ। ਉਹ ਆਖਾਂਗਾ ਨਹੀਂ ਭਾ ਤੈਨੂੰ ਭੁਲੇਖਾ ਲੱਗਾ ਆ, ਇਹ ਬੱਕਰੀ ਹੈ ਕੁੱਤਾ ਨਹੀਂ। ਗਾਂਹ ਲੰਘ ਜਾਂਦਾ। ਹੁਣ ਮਨ ਵਿੱਚ ਸ਼ੰਕੇ ਦਾ ਬੀਜ ਬੀਜਿਆ ਗਿਆ। ਹੁਣ ਸ਼ੰਕਾ ਉਤਪੰਨ ਹੋ ਗਈ। ਹੁਣ ਸੋਚਦਾ ਪਹਿਲੇ ਨੇ ਵੀ ਕਿਹਾ ਸੀ, ਦੂਜਾ ਵੀ ਇਹੀ ਗੱਲ ਕਹਿੰਦਾ। ਹੁਣ ਨਾਲ ਤੁਰਿਆ ਜਾਂਦਾ, ਹੌਲੀ ਜਿਹੀ ਦੇਖ ਵੀ ਲੈਂਦਾ ਵੀ ਵਾਕਿਆ ਕਿਤੇ ਇਹ ਉਹ ਜਿਹੜੀ ਗੱਲ ਕਹਿੰਦਾ ਸੀ ਉਹ ਗੱਲ ਤੇ ਨਹੀਂ, ਇਹਦੇ ਕੁੱਤਾ ਹੀ ਤੇ ਨਹੀਂ ਖਰੀਦ ਕੇ ਲਿਜਾ ਰਿਹਾ। ਜਦੋਂ ਅੱਗੇ ਤੀਜਾ ਖੜਾ ਹੁੰਦਾ ਸੀ ਉਹ ਵੀ ਇਹੋ ਗੱਲ ਦੁਹਰਾਉਂਦਾ। ਉਹ ਆਖਣ ਲੱਗਾ ਕਿ ਦੋ ਮਿਲੇ ਸੀ, ਉਹ ਵੀ ਇਹੋ ਗੱਲ ਆਂਦੇ, ਤੀਜਾ ਹੁਣ ਤੂੰ ਮਿਲਿਆ ਤੂੰ ਵੀ ਇਹੀ ਗੱਲ ਆਖੀ ਜਾਂਦਾ। ਆਖਣ ਲੱਗਾ ਨਹੀਂ ਇਹ ਤੁਹਾਨੂੰ ਭੁਲੇਖਾ ਪਿਆ ਆ, ਇਹ ਬੱਕਰੀ ਹੈ ਕੁੱਤਾ ਨਹੀਂ ਹੈ। ਹੁਣ ਮਨ ਐਨ ਸ਼ੰਕੇ ਨਾਲ ਭਰ ਗਿਆ।
ਹੁਣ ਵਾਰ-ਵਾਰ ਵੇਂਦਾ ਵੀ ਮੈਂ ਠੱਗਿਆ ਗਿਆ ਲੱਗਦਾ। ਜਦ ਚੌਥਾ ਭੇਦਵਾਦੀ ਮਿਲਦਾ, ਉਹ ਆਂਦਾ ਵੀ ਭਾਈ ਠੱਗਿਆ ਗਿਆ, ਤੂੰ ਕੁੱਤਾ ਖਰੀਦ ਲਿਆਇਆ, ਬੱਕਰੀ ਨਹੀਂ ਸੀ, ਇਹ ਤਾਂ ਕੁੱਤਾ ਆ। ਹੁਣ ਮਨ ਵਿੱਚ ਐਨ ਸ਼ੰਕਾ ਪੈ ਗਿਆ, ਹੁਣ ਛੱਡ ਹੀ ਦਿੱਤਾ। ਕਹਿੰਦਾ ਠੱਗਿਆ ਗਿਆ, ਮੈਂ ਤਾਂ ਕੁੱਤਾ ਖਰੀਦ ਲਿਆਇਆ। ਕਹਿਣ ਤੋਂ ਭਾਵ ਦ੍ਰਿਸ਼ਟਾਂਤ ਸੀ ਸਮਝਣ ਲਈ ਵੀ ਜਿਹੜੇ ਭੇਦਵਾਦੀ ਹੁੰਦੇ, ਮਨ 'ਚ ਭੇਦ ਪਾਉਣ ਵਾਲੇ, ਤਰਕ ਪਾਉਣ ਵਾਲੇ, ਮਨ ਤੁਹਾਡਾ ਐਨ ਸ਼ੰਕੇ ਸਹਿਤ ਕਰ ਦਿੰਦੇ ਹੈ। ਤੁਹਾਡਾ ਮਨ ਜਿਹੜਾ ਉਹ ਐਨ ਤਰਕੀ ਤੇ ਸ਼ੰਕੇ ਵਾਲਾ ਬਣਾ ਦਿੰਦੇ ਆ। ਤੁਸੀਂ ਕਈ ਵਾਰ ਗੁਰੂ ਤੇ, ਗੁਰੂ ਇਤਿਹਾਸ ਤੇ, ਗੁਰੂ ਗੁਰਬਾਣੀ ਉੱਤੇ ਵੀ ਕੁਐਸਚਨ ਕਰਨ ਲੱਗ ਪੈਂਦੇ ਆ। ਇਸ ਕਰਕੇ ਐਸੇ ਮਨਮੁਖਾਂ ਤੋਂ, ਐਸੇ ਤਰਕੀਆਂ ਤੋਂ, ਭੇਦਵਾਦੀਆਂ ਤੋਂ ਵੀ ਮਹਾਰਾਜ ਜੀ ਕਹਿੰਦੇ ਬਚ ਕੇ ਰਹਿਣਾ। ਔਰ ਸੰਗਤ ਕਰਨੀ ਹੈ ਗੁਰਮੁਖਾਂ ਦੀ, ਪਿਆਰਿਆਂ ਦੀ। ਬਈ ਹੈ ਪੜ੍ਹਿਆ ਪਾਸ, ਜਿਹੜੇ ਪੜ੍ਹੇ ਆ ਭਗਤੀ। ਇਹ ਨਹੀਂ ਪੜ੍ਹੇ ਕੱਲੇ PhD ਕੀਤੀ, MBBS ਕੀਤੀ, ਕੋਈ ਪ੍ਰੋਫੈਸਰ ਸਾਹਿਬ ਬਣੇ ਆ ਜਾਂ ਕੋਈ ਵਿਦਵਾਨ ਬਣੇ ਆ। ਜਿਨ੍ਹਾਂ ਨੇ ਭਗਤੀ ਪੜ੍ਹੀ ਹੈ, ਗੁਰਸਿੱਖੀ ਪੜ੍ਹੀ ਹੈ, ਨਾਮ ਜਿਨ੍ਹਾਂ ਦ੍ਰਿੜ ਕੀਤਾ ਆ, ਉਹਨਾਂ ਦੀ ਸੰਗਤ ਸੰਗ ਰਹਿਣਾ, ਉਹਨਾਂ ਪਿਆਰਿਆਂ ਗੁਰਮੁਖਾਂ ਦਾ ਸੰਗ ਕਰਨਾ, ਤਾਂ ਫਿਰ ਜੀਵਨ ਸ੍ਰੇਸ਼ਟ ਬਣਿਆ ਰਹਿੰਦਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ, ਇੱਕ ਸਿੱਖ ਦੋਈ ਸਾਧ ਸੰਗ। ਇੱਕ ਸੰਗਤ ਦਾ ਸਰੂਪ ਆ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਪ੍ਰਕਾਸ਼ਮਾਨ ਨੇ। ਇੱਕ ਤੁਹਾਡੀ ਸੁਸਾਇਟੀ ਜਿੱਥੇ ਰਹਿੰਦੇ ਹੋ, TV ਵੀ ਤੁਹਾਡਾ ਹੁਣ ਜਿਹੜਾ ਹੈ ਉਹ ਵੀ ਇੱਕ ਸਾਥੀ ਬਣ ਗਿਆ, ਮੋਬਾਈਲ ਵੀ ਬਣ ਗਿਆ। ਉਹਦੇ ਤੋਂ ਲਾਭ ਲੈਣਾ, ਗੁਰਬਾਣੀ ਸੁਣਨੀ ਹੈ, ਹੋਰ ਕੂਰ ਕਬਾੜ ਨਹੀਂ ਵੇਖੀ ਜਾਣਾ ਤੇ ਸੁਣੀ ਜਾਣਾ। ਜੇ ਸੱਚਮੁੱਚ ਹੀ ਚਾਹੁੰਦੇ ਹੋ ਜੀਵਨ 'ਚ ਤਬਦੀਲੀ ਲਿਆਉਣੀ, ਸੱਚਮੁੱਚ ਹੀ ਚਾਹੁੰਦੇ ਹੋ ਕਿ ਜੀਵਨ ਸਫਲਾ ਹੋ ਜਾਏ, ਜੇ ਤੇ ਵੇਖਾ ਵੇਖੀ ਰੀਤ ਹੀ ਤੋਰੀ ਜਾਣੀ ਹੈ, ਫਿਰ ਤਾਂ ਬੰਦਾ ਆ ਵੀ ਕਰੀ ਜਾਂਦਾ ਤੇ ਉਹ ਵੀ ਕਰੀ ਜਾਂਦਾ। ਇੱਕ ਹੱਥ ਸੱਚ ਵੀ ਬੋਲ ਲੈਂਦਾ, ਦੂਜੇ ਹੱਥ ਝੂਠ ਵੀ ਬੋਲ ਲੈਂਦਾ। ਇਸ ਕਰਕੇ ਫਿਰ ਜੇ ਵਪਾਰੀ ਬਣ ਕੇ ਆਏ ਹੋ ਤੇ ਫਿਰ ਪੂਰਨ ਲਾਭ ਨਹੀਂ ਖੱਟ ਕੇ ਜਾਓਗੇ, ਫਿਰ ਗਵਾ ਕੇ ਜਾਓਗੇ। ਵਿਆਜ ਤੋਂ ਕੀ ਲੈਣਾ, ਮੂਲ ਵੀ ਗਵਾ ਕੇ ਜਾਵਾਂਗੇ। ਬਹੁਤਿਆਂ ਦੇ ਮਨ ਵਿੱਚ ਪਹਿਲੀ ਗੱਲ ਤੋਂ ਇੱਛਾ ਭਾਵਨਾ ਹੀ ਨਹੀਂ ਕਿ ਪ੍ਰਬਲ ਹੁੰਦੀ ਵੀ ਹਾਂ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਸਮਝਣਾ ਆ, ਕੀ ਕਰਨਾ ਆਏ ਆ। ਮਹਾਰਾਜ ਸਾਹਿਬ ਜੀ ਨੇ 3 ਸੁਨਹਿਰੀ ਉਪਦੇਸ਼ ਦਿੱਤੇ ਸੀ। ਇਕੱਲਾ ਹੀ ਫੜ ਕੇ ਬਹਿ ਜਾਂਦੇ, ਇਕੱਲਾ ਹੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਆ, ਕਿਰਤ ਕਰਨੀ ਆ, ਪਰਿਵਾਰ ਪਾਲਣਾ ਆ, ਇਹ ਗੁਰੂ ਦਾ ਹੁਕਮ ਆ, ਕਿਰਤ ਕਰਨੀ ਚਾਹੀਦੀ ਹੈ, ਪਰਿਵਾਰ ਪਾਲਣਾ ਆ, ਕਰਮ ਕਰਨਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਕੋਈ ਸ਼ੱਕ ਨਹੀਂ, ਗੁਰੂ ਸਾਹਿਬ ਕਹਿੰਦੇ ਕਿਰਤ ਕਰੋ, ਆਪਣੀ ਜਿਹੜੀ ਰਿਸਪੌਂਸਿਬਿਲਿਟੀ ਹੈ, ਤੁਹਾਡੀ ਜ਼ਿੰਮੇਵਾਰੀ ਪਰਿਵਾਰ ਪ੍ਰਤੀ ਉਹ ਨਿਭਾਓ, ਪੂਰੀ ਕਰੋ। ਕਿਰਤ ਕਰਨਾ ਗੁਰੂ ਦਾ ਹੁਕਮ ਹੈ, ਪਰ ਇਕੱਲਾ ਕਿਰਤ ਕਰਨਾ ਹੀ ਨਹੀਂ ਸੀ ਕਿਹਾ ਉਹਨਾਂ। ਉਹ ਪਹਿਲਾਂ ਕਿਹਾ ਸੀ ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਤੇ ਵੰਡ ਛਕਣਾ। ਅਸੀਂ ਇਕੱਲਾ ਬਸ ਪੈਸੇ ਇਕੱਠੇ ਕਰਨ ਵਾਲੇ ਪਾਸੇ ਹੋ ਗਏ। ਇਕੱਲਾ ਗੁਰੂ ਨੇ ਕਿਹਾ ਸੀ ਸਿੱਖ ਮੇਰਾ ਰਾਜ ਜੋਗੀ ਹੋਵੇ, ਕੋਈ ਸ਼ੱਕ ਨਹੀਂ, ਰਾਜ ਜੋਗੀ, ਉਹਨੂੰ ਜੋਗੀ ਰਾਜਾ ਬਣਾਇਆ ਸੀ। ਰਾਜਾ ਵੀ ਭਾਵੇਂ ਬਣ ਜਾਏ, ਰਿਚ ਹੋ ਜਾਏ ਬਹੁਤ ਜ਼ਿਆਦਾ, ਭਾਵੇਂ ਕੋਈ ਗੱਲ ਨਹੀਂ, ਪਰ ਇਹਦਾ ਇਹ ਮਤਲਬ ਨਹੀਂ ਵੀ ਰਿਚ ਬਣ ਕੇ ਤੁਸੀਂ ਅਮੀਰ ਬਣ ਕੇ ਤੇ ਧਰਮ ਨੂੰ ਸਿੱਕੇ ਤੇ ਟੰਗ ਦਿਓ। ਕਰਮ ਤੇ ਧਰਮ ਦੇ ਪਹੀਏ ਦੋਵੇਂ ਬਰਾਬਰ ਚੱਲਣੇ ਚਾਹੀਦੇ, ਬਰਾਬਰ। ਕਰਮ ਕਰੋ, ਕਿਰਤ ਕਰੋ, ਇੱਕ ਤਾਂ ਧਰਮ ਦੀ ਕਰਨੀ ਹੈ। ਕਈ ਕਹਿੰਦੇ ਕਿਰਤ ਕਰਨੀ ਚਾਹੀਦੀ ਹੈ, ਕਿਰਤ ਕਿਰਤ 10 ਨੌਹਾਂ ਦੀ ਕਿਰਤ, 10 ਨੌਹਾਂ ਨਾਲ ਤੇ ਚੋਰ ਚੋਰੀ ਵੀ ਕਰਦਾ। ਧਰਮ ਦੀ ਕਿਰਤ ਕਮਾਉਣੀ ਹੈ ਸੱਚੀ ਸੁੱਚੀ। ਔਰ ਫਿਰ ਕਿਰਤ ਕਰਦੇ ਹਾਂ, ਪਹਿਲਾਂ ਨਾਮ ਜਪਣਾ, ਫਿਰ ਧਰਮ ਦੀ ਕਿਰਤ ਕਰਨੀ ਤੇ ਫਿਰ ਵੰਡ ਛਕਣਾ। ਅਸੀਂ ਵੰਡ ਛਕਣਾ ਭੁੱਲ ਗਏ। ਵੰਡ ਕੀ ਛਕਣਾ ਹੀ, ਖੋਣਾ ਸਿੱਖ ਗਏ, ਸਗੋਂ ਦੂਜੇ ਕੋਲੋਂ ਖੋਣਾ ਚਾਹੁੰਦੇ ਹਾਂ, ਖੋਣਾ। ਦੇਣ ਵਾਲੀ ਬਿਰਤੀ ਸਾਡੇ ਚੋਂ ਲੋਪ ਹੁੰਦੀ ਜਾ ਰਹੀ ਹੈ। ਦੇਣ ਵਾਲੀ ਜਿਹੜੀ ਪਰਉਪਕਾਰ ਭਲਾ ਕਰਨਾ ਹੈ ਕਈ ਗੁਰਮੁਖ ਜਿਨ੍ਹਾਂ ਦੀ ਗੁਰੂ ਦੀ ਕਿਰਪਾ, ਪਰ ਬਹੁਤੇ ਥੋੜੇ ਰਹਿ ਗਏ, ਥੋੜੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਛਕਣ ਦੀ ਜਾਚ ਸਿਖਾਈ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਾਰੇ ਗੁਣ ਜਿਹੜੇ ਆ ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਹੋਣੇ ਆ, ਗੁਰੂ ਦੀ ਕਿਰਪਾ ਰਹਿਮਤ ਸਦਕਾ ਪ੍ਰਾਪਤ ਹੋਣੇ ਆ। ਔਰ ਮਨਮੁਖਾਂ ਤੋਂ ਦੂਰ ਰਹੀ, ਉਹਨਾਂ ਤੇਰਾ ਜੀਵਨ ਵੈਸਾ ਉੱਚਾ ਸੁੱਚਾ ਬਣ ਨਹੀਂ ਦੇਣਾ। ਵਿਚਾਰ ਕਰ ਰਹੇ ਸਾਂ ਆਪਾਂ ਕਿ ਬਹੁਤੇ ਚਾਹੁੰਦੇ ਹੀ ਨਹੀਂ, ਐਸੀ ਪ੍ਰਬਲ ਇੱਛਾ ਹੀ ਨਹੀਂ ਮਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ, ਆਪਣੀ ਮੰਜ਼ਿਲ ਨੂੰ, ਮਕਸਦ ਨੂੰ ਸਮਝੀਏ, ਮਕਸਦ ਨੂੰ ਸਮਝੀਏ, ਮੰਜ਼ਿਲ ਵੱਲ ਵਧੀਏ। ਪਰ ਕਈਆਂ ਦੇ ਮਨ ਵਿੱਚ ਹੈ, ਪਰ ਉਹ ਆ ਵੀ ਮੁੱਠੀ ਨਹੀਂ ਛੱਡਣਾ ਚਾਹੁੰਦੇ ਤੇ ਆ ਵੀ ਚੀਜ਼ ਫੜਨਾ ਚਾਹੁੰਦੇ ਆ। ਉਹ ਆ ਦੁਨੀਆ ਦੇ ਰਸ ਨਹੀਂ ਛੱਡਣਾ ਚਾਹੁੰਦੇ ਤੇ ਕਹਿੰਦੇ ਨਾਮ ਦਾ ਰਸ ਵੀ ਆ ਜਾਏ। ਉਹ ਤੇ ਇੱਦਾਂ ਦੀ ਗੱਲ ਹੋ ਗਈ ਹੈ। ਜੇ ਇਸ ਪ੍ਰਕਾਰ ਕੋਈ ਡਾਕਟਰ ਕੋਲ ਜਾਵੇ, ਉਹਨੂੰ ਜਾ ਕੇ ਆਖੇ ਸਾਡੀ ਬਹੁਤਿਆਂ ਦੀ ਹਾਲਤ ਇੱਦਾਂ ਦੀ ਹੋ ਗਈ ਹੈ, ਕੋਈ ਡਾਕਟਰ ਕੋਲ ਜਾਵੇ, ਜਾ ਕੇ ਆਖਦਾ ਹੈ
ਵੀ ਡਾਕਟਰ ਸਾਹਿਬ ਆ ਬਿਮਾਰੀ ਮੈਨੂੰ ਚੈੱਕਅਪ ਜਦੋਂ ਡਾਕਟਰ ਕਰਦਾ ਕਹਿੰਦਾ ਮੇਰਾ ਆ ਰੋਗ ਮੇਰੀ ਬਿਮਾਰੀ ਠੀਕ ਹੋਣੀ ਚਾਹੀਦੀ ਆ, ਪਰ ਮੇਰੀ ਇੱਕ ਸ਼ਰਤ ਆ ਵੀ ਜਿਹੜੀ ਤੁਸੀਂ ਮੈਨੂੰ ਦਵਾਈ ਦੇਵੋਗੇ ਨਾ ਤਾਂ ਮੈਂ ਉਹ ਖਾਣੀ ਆ ਤੇ ਨਾ ਮੈਂ ਤੁਹਾਡਾ ਦੱਸਿਆ ਪਰਹੇਜ਼ ਰੱਖਣਾ, ਪਰ ਮੇਰਾ ਰੋਗ ਜਿਹੜਾ ਨਾ ਉਹ ਠੀਕ ਹੋਣਾ ਚਾਹੀਦਾ। ਇੱਦਾਂ ਹੀ ਆ ਗਿਆ ਆਪਾਂ ਗੁਰੂ ਦੇ ਨਾਲ ਵੀ ਕਰਨ ਲੱਗ ਪਏ ਹਾਂ। ਮਹਾਰਾਜ ਅਸੀਂ ਤੁਹਾਡੇ ਸਿੱਖ ਖਵਾਉਣਾ ਬੜੇ, ਨਾਲ ਸਿੰਘ ਵੀ ਲਿਖਵਾਉਣਾ ਤੇ ਸਿੱਖ ਖਵਾਉਣਾ ਹੈ, ਜਥੇਦਾਰ ਵੀ ਖਵਾਉਣਾ ਹੈ, ਕਈ ਕੁਝ ਖਵਾਉਣਾ ਹੈ, ਪਰ ਮਹਾਰਾਜ ਆ ਵੀ ਚਾਹੀਦਾ ਮੈਨੂੰ, ਉਹ ਵੀ ਚਾਹੀਦਾ ਹੈ, ਸੁੱਖ ਵੀ ਚਾਹੀਦਾ ਹੈ, ਮੈਨੂੰ ਭਗਤੀ ਵੀ ਦਿਓ, ਸਭ ਕੁਝ ਦਿਓ। ਤੁਹਾਡੇ ਦਰਸ਼ਨ ਵੀ ਕਈ ਮੰਗ ਲੈਂਦੇ, ਦਰਸ਼ਨ ਤੇ ਵਿਰਲੇ ਵਿਰਲੇ ਮੰਗਦੇ ਆ, ਪਰ ਬਹੁਤੇ ਪਦਾਰਥ ਹੀ ਮੰਗੀ ਜਾਂਦੇ। ਇਹ ਸਾਰਾ ਕੁਝ ਮਹਾਰਾਜ ਚਾਹੀਦਾ ਹੈ, ਪਰ ਸਾਡੀ ਇੱਕ ਸ਼ਰਤ ਹੈ ਵੀ ਜੋ ਤੁਸੀਂ ਕਹਿੰਦੇ ਹੋ ਨਹੀਂ ਅਸੀਂ ਕਰਨਾ, ਜੋ ਤੁਸੀਂ ਕਹੋਗੇ ਉਹ ਨਹੀਂ ਅਸੀਂ ਕਰਨਾ, ਬਾਕੀ ਸਾਰਾ ਕੁਝ ਸਾਨੂੰ ਦੇਈ ਜਾਓ ਤੁਸੀਂ ਬਸ। ਸਿੱਖ ਅਸੀਂ ਖਵਾਉਣਾ, ਪਰ ਆਪਾਂ ਸਿੱਖ ਬਣਨਾ ਨਹੀਂ। ਸਿਰ ਉੱਤੇ ਦਾੜਾ ਕੇਸ ਨਹੀਂ ਅਸੀਂ ਰੱਖਣਾ ਹੈ, ਨਾ ਦਾੜਾ ਰੱਖਣਾ ਨਾ ਕੇਸ ਰੱਖਣੇ, ਨਾ ਅੰਮ੍ਰਿਤ ਛਕ ਕੇ ਗੁਰੂ ਦੀ ਸਿੱਖੀ ਸਕੂਲ ਵਿੱਚ ਦਾਖਲਾ ਲੈਣਾ। ਦਾਖਲਾ ਲੈਣ ਤੋਂ ਬਾਅਦ ਨਾ ਅਸੀਂ ਕਮਾਈ ਕਰਨੀ ਹੈ, ਪਰ ਸਾਰਾ ਕੁਝ ਸਾਨੂੰ ਦੇਈ ਜਾਓ, ਸਾਡੇ ਰੋਗ ਵੀ ਠੀਕ ਹੋ ਜਾਣ, ਤੰਦਰੁਸਤ ਵੀ ਰਹੀਏ, ਰਿਚ ਵੀ ਬਣ ਜਾਈਏ, ਅਮੀਰ ਵੀ ਬਣ ਜਾਈਏ, ਬੜੇ ਸਾਰਾ ਕੁਝ ਹੀ ਮਿਲ ਜਾਏ, ਪਰ ਜੋ ਤੁਸੀਂ ਕਹਿੰਦੇ ਹੋ ਉਹ ਨਹੀਂ ਅਸੀਂ ਕਰਨਾ। ਫਿਰ ਤੋਂ ਭਾਈ ਗੁਰਦਾਸ ਸਾਹਿਬ ਜੀ ਇਸ ਗੱਲ ਨੂੰ ਇਵੇਂ ਸਾਨੂੰ ਸਮਝਾਉਂਦੇ ਹੈ ਕਿ ਭਾਈ ਇੱਦਾਂ ਨਹੀਂ ਫਿਰ ਗੱਲ ਬਣਨੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਖਾਂਡ ਖਾਂਡ ਕਹਿ ਜਿਹਬੋ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਹੈ, ਦਰਬ ਦਰਬ ਕਹਿ ਗੋ ਦਰਬ ਹੈ ਨਾ ਬਿਲਾਸ ਹੈ। ਇਸ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਜਿਵੇਂ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਉਹ ਸਵਈਏ ਵਿੱਚ ਕਵਿਤ ਵਿੱਚ ਸਮਝਾਇਆ ਹੈ, ਜਿਸ ਪ੍ਰਕਾਰ ਕੋਈ ਖੰਡ ਖੰਡ ਕਹੀ ਜਾਵੇ, ਖੰਡ ਖੰਡ ਜਦ ਤੱਕ ਉਹ ਮੂੰਹ ਵਿੱਚ ਨਹੀਂ ਪਾਉਂਦਾ ਉਦੋਂ ਤੱਕ ਨਹੀਂ ਉਹਦਾ ਸਵਾਦ ਆਉਣਾ ਹੈ। ਖਾਂਡ ਖਾਂਡ ਕਹਿ ਜਿਹਬੋ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਹੈ। ਕੋਈ ਅੱਗ ਅੱਗ ਕਹੀ ਜਾਵੇ, ਅੱਗ ਅੱਗ ਕਹੀ ਜਾਵੇ, ਪਰ ਜਦ ਤੱਕ ਉਹ ਅੱਗ ਬਾਲ ਕੇ ਸੇਕਦਾ ਨਹੀਂ ਉਦੋਂ ਤੱਕ ਨਹੀਂ ਪਾਲਾ ਦੂਰ ਹੋਣਾ ਹੈ। ਇਸ ਪ੍ਰਕਾਰ ਕੋਈ ਚੰਦ ਚੰਦ ਕਹੀ ਜਾਵੇ, ਚਾਨਣਾ ਚਾਨਣਾ ਕਰੀ ਜਾਵੇ, ਲਾਈਟ ਬਾਲੇਗਾ ਤੇ ਫਿਰ ਹੀ ਚਾਨਣਾ ਹੋਵੇਗਾ ਨਾ। ਕੋਈ ਪੈਸੇ ਪੈਸੇ ਕਰੀ ਜਾਵੇ, ਇਸ ਤਰ੍ਹਾਂ ਥੋੜਾ ਰਿਚ ਬਣ ਜਾਈਦਾ, ਕਮਾਉਣੇ ਪੈਂਦੇ ਆ। ਅੰਤ ਹੈ ਭਾਈ ਗੁਰਦਾਸ ਜੀ ਨੇ ਇਹ ਤੱਤ ਦੱਸਿਆ ਹੈ ਵੀ ਜਿਸ ਪ੍ਰਕਾਰ ਕਰਨੀ ਪ੍ਰਧਾਨ ਭਾਨ ਉਦਦ ਆਕਾਸ਼ ਹੈ। ਇੱਥੇ ਕਹਿਣੀ ਨਹੀਂ, ਕਰਨੀ ਪ੍ਰਧਾਨ ਆ। ਗੁਰੂ ਦੇ ਬਚਨਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਲਿਆਉਣਾ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਵਿੱਚੋਂ ਬਖਸ਼ਿਸ਼ਾਂ ਰਹਿਮਤਾਂ ਮਿਲਦੀਆਂ ਨੇ। ਇਹ ਤਾਂ ਸੰਗਤ ਨੂੰ ਦ੍ਰਿੜ ਕਰਕੇ ਪੱਕਿਆਂ ਕਰਕੇ ਰੱਖਣਾ ਚਾਹੀਦਾ, ਮਨ ਕਰਕੇ ਭਾਵਨਾ ਕਰਕੇ। ਫਿਰ ਸੰਗਤ ਵਿੱਚ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿਮਰਨ ਕਰਨ ਦੀ, ਭਗਤੀ ਕਰਨ ਦੀ ਸਾਨੂੰ ਜਾਚ ਦੱਸਦੇ ਹੈ। ਫਿਰ ਅੱਜ ਜੋ ਆਪਾਂ ਆਈਦਾ ਗੁਰੂ ਚਰਨਾਂ ਵਿੱਚ, ਫਿਰ ਮਹਾਰਾਜ ਜੀ ਆਖਦੇ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੋ, ਉਹਨੂੰ ਚੇਤੇ ਕਰੋ, ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਉਹਨੂੰ ਚੇਤੇ ਕਰਿਆ ਕਰੋ ਭਾਈ। ਕਿਉਂਕਿ ਮਨੁੱਖ ਨੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਵਿੱਚੋਂ ਭੁਲਾ ਦਿੱਤਾ ਹੈ, ਵਿਸਾਰ ਦਿੱਤਾ ਹੈ, ਗਵਾ ਦਿੱਤਾ ਹੈ। ਤਾਂ ਮਹਾਰਾਜ ਸਾਹਿਬ ਜੀ ਵਾਰ-ਵਾਰ ਸਾਨੂੰ ਰੱਬ ਨੂੰ ਚੇਤੇ ਕਰਨ ਦਾ ਹੁਕਮ ਦਿੰਦੇ ਹੈ। ਜਿਸ ਪ੍ਰਕਾਰ ਇੱਕ ਟੀਚਰ, ਇੱਕ ਮਾਸਟਰ ਕਲਾਸ ਵਿੱਚ ਬੈਠਾ, ਸਕੂਲ ਵਿੱਚ ਆਉਂਦਾ, ਕਲਾਸ ਵਿੱਚ ਆਉਂਦਾ, ਤੇ ਜਦੋਂ ਆਉਂਦਾ ਆ ਕੇ ਇੱਕੋ ਗੱਲ ਕਹਿੰਦਾ ਸਾਰੇ ਬੱਚਿਆਂ ਨੂੰ ਵੀ ਰੱਬ ਹਰ ਥਾਂ ਮੌਜੂਦ ਹੈ ਤੇ ਸਾਰਿਆਂ ਨੂੰ ਵੇਖ ਰਿਹਾ। ਉਹਦਾ ਇੱਕ ਤਕੀਆ ਕਲਾਮ ਹੀ ਬਣ ਜਾਂਦਾ। ਸਾਰਿਆਂ ਨੂੰ ਆਉਂਦਾ, ਜਦੋਂ ਆ ਕੇ ਕਹਿੰਦਾ ਕਲਾਸ ਵਿੱਚ ਵੀ ਰੱਬ ਹਰ ਥਾਂ ਮੌਜੂਦ ਹੈ ਔਰ ਸਾਰਿਆਂ ਨੂੰ ਵੇਖ ਰਿਹਾ ਹੈ। ਇੱਕ ਦਿਨ ਜਦ ਕਲਾਸ ਵਿੱਚ ਆਇਆ ਤੇ ਆ ਕੇ ਆਖਣ ਲੱਗਾ, ਬੱਚਿਆਂ ਨੂੰ ਉਹਨੇ ਕੁਐਸਚਨ ਕੀਤਾ, ਆਪਣੇ ਸਟੂਡੈਂਟ ਨੂੰ, ਆਪਣੇ ਵਿਦਿਆਰਥੀਆਂ ਨੂੰ ਆਖਣ ਲੱਗਾ ਕਿ ਮੈਨੂੰ ਦੱਸੋ ਖਾਂ ਭਲਾ ਕਿ ਰੱਬ ਕਿਹੜੀ ਥਾਂ ਤੇ ਨਹੀਂ ਰਹਿੰਦਾ, ਕਿੱਥੇ ਨਹੀਂ ਰਹਿੰਦਾ। ਸਾਰੇ ਸਟੂਡੈਂਟ, ਵਿਦਿਆਰਥੀ, ਬੱਚੇ ਬੜੇ ਹੈਰਾਨ ਵੀ ਸਾਡੇ ਟੀਚਰ ਸਾਹਿਬਾਨ, ਸਾਡੇ ਮਾਸਟਰ ਜੀ ਸਾਨੂੰ ਰੋਜ਼ ਇਹ ਗੱਲ ਸਿਖਾਉਂਦੇ ਰਹੇ ਕਿ ਰੱਬ ਤੇ ਹਰ ਥਾਂ ਮੌਜੂਦ ਹੈ, ਉਹ ਤਾਂ ਸਾਰਿਆਂ ਨੂੰ ਵੇਖ ਰਿਹਾ, ਤੇ ਰੋਜ਼ ਸਾਨੂੰ ਇਹੀ ਪੱਕਾ ਕਰਾਉਂਦੇ ਰਹੇ ਆ, ਤੇ ਅੱਜ ਸਾਨੂੰ ਆਖਣ ਲੱਗ ਗਿਆ ਵੀ ਦੱਸੋ ਭਲਾ ਕਿੱਥੇ ਨਹੀਂ ਰਹਿੰਦਾ ਰੱਬ। ਸਾਰੇ ਬੜੇ ਹੈਰਾਨ। ਮਾਸਟਰ ਤਾਂ ਵੇਖਣਾ ਚਾਹੁੰਦਾ ਸੀ ਭਲਾ ਇਹਨਾਂ ਸਬਕ ਦ੍ਰਿੜ ਕੀਤਾ ਹੈ, ਪੱਕਾ ਕੀਤਾ ਹੈ, ਮੰਨਦੇ ਆ ਗੱਲ ਵੀ ਉਹ
घट घट मैं हर जू बसै संतन कहियो पुकार। सगल बनस्पत मह बैसंतर सगल दूध मह घीया। उच नीच मह जोत समानी घट घट माधो जीया। जिवें दुੱਧ ਵਿੱਚ ਘਿਓ ਆ, ਲੱਕੜ ਵਿੱਚ ਅੱਗ ਹੁੰਦੀ ਹੈ, ਇਵੇਂ ਸਾਰਿਆਂ ਵਿੱਚ ਉਹਦੀ ਜੋਤ ਹੈ। ਸਭ ਮਹਿ ਜੋ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸੋ ਮਾਸਟਰ ਦਾ ਵੇਂਦਾ ਵੀ ਇਹਨਾਂ ਸਬਕ ਦੜ ਕੀਤਾ। ਇਹਨੇ ਨੇ ਕੋਈ ਰੋਸ਼ਨ ਦਿਮਾਗ ਬੱਚਾ ਉੱਥੇ ਸਟੂਡੈਂਟ ਬੈਠਾ ਸੀ। ਉਹ ਉੱਠ ਕੇ ਆਖਣ ਲੱਗਾ, ਮਾਸਟਰ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ, ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਸਕਦਾ। ਮਾਸਟਰ ਵੀ ਹੈਰਾਨ ਹੋਇਆ। ਮੈਂ ਤੇ ਪਰਖ ਰਿਹਾ ਸੀ ਇਹਨਾਂ ਨੂੰ ਵੀ ਇਹਨਾਂ ਸਬਕ ਦ੍ਰਿੜ ਕੀਤਾ ਹੈ, ਇਹਨਾਂ ਸਿੱਖੀਏਗਾ ਜਿਹੜੀ ਮੈਂ ਰੋਜ਼ ਆ ਕੇ ਇਹਨਾਂ ਨੂੰ ਸਿਖਾਉਣਾ। ਮਾਸਟਰ ਵੀ ਹੈਰਾਨ ਹੋ ਗਿਆ, ਆਖਣ ਲੱਗਾ ਚੱਲ ਪੁੱਛ ਲੈਨੇ ਭਲਾ ਕੀ ਜਵਾਬ ਦਊਗਾ। ਰੱਬ ਦੇ ਸਾਰੇ ਥਾਂ ਹੀ ਵਸਦਾ ਹੈ, ਮੈਂ ਇਹਨਾਂ ਨੂੰ ਦ੍ਰਿੜ ਕਰਾਉਣਾ ਸਹੀ ਚਾਹੁੰਦਾ ਸਾਂ ਵੀ ਵਿਆਪਕ ਵੇਖਿਓ ਪਰਮੇਸ਼ਰ ਨੂੰ ਹਰ ਥਾਂ ਸਾਰਿਆਂ ਵਿੱਚ ਉਹ ਵਸਦਾ ਹੈ। ਕਿਸੇ ਨਾਲ ਭੇਦਭਾਵ ਨਾ ਕਰਿਓ, ਕਿਸੇ ਨਾਲ ਧੱਕਾ ਨਾ ਕਰਿਓ, ਵੱਡੇ ਹੋ ਕੇ ਔਨੈਸਟੀ ਧਾਰਨ ਕਰਿਓ, ਇਮਾਨਦਾਰੀ ਧਾਰਨ ਕਰਿਓ, ਬੇਈਮਾਨੀ ਨਾ ਕਰਿਓ, ਠੱਗਿਓ ਨਾ, ਕਿਉਂਕਿ ਸਾਰਿਆਂ ਵਿੱਚ ਉਹ ਵਸਦਾ ਆ। ਮੈਂ ਉਹਨਾਂ ਨੂੰ ਇਹ ਗੱਲ ਪੱਕੀ ਕਰਾਉਣਾ ਚਾਹੁੰਦਾ ਸੀ, ਪਰ ਇਹ ਆਖਦਾ ਵੀ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਸਕਦਾ। ਮੈਂ ਤੇ ਸੋਚਿਆ ਵੀ ਆਖਣਗੇ ਨਹੀਂ ਮਾਸਟਰ ਜੀ ਇਹ ਸੱਚੀ ਗੱਲ ਆ ਵੀ ਰੱਬ ਹਰ ਥਾਂ ਵਸਦਾ, ਤੁਸੀਂ ਸਾਨੂੰ ਪੱਕਿਆਂ ਕਰਾਇਆ। ਉਹ ਕਹਿੰਦਾ ਮੈਂ ਦੱਸ ਸਕਦਾ ਜੋ ਤੁਸੀਂ ਕੁਐਸਚਨ ਕੀਤਾ। ਉਹ ਟੀਚਰ ਕਹਿੰਦਾ ਹਾਂ ਬਈ ਦੱਸ ਦੇ, ਫਿਰ ਖੜਾ ਹੋ ਦੱਸ। ਮੁਖ ਲੱਗਾ, ਮਾਸਟਰ ਜੀ ਇਹ 'ਚ ਕੋਈ ਸ਼ੱਕ ਨਹੀਂ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਘਟ ਘਟ ਵਿੱਚ ਉਹ ਵਸਦਾ ਆ, ਸਾਰਿਆਂ ਵਿੱਚ ਉਹਦੀ ਜੋਤ ਆ, ਉਹਦੀ ਸੱਤਾ ਆ, ਪਰ ਇੱਕ ਥਾਂ ਤੇ ਨਹੀਂ ਰੱਬ ਹੈਗਾ। ਮੁਖ ਲੱਗਾ ਕਿੱਥੇ? ਉਹ ਕਹਿੰਦਾ ਹਰ ਥਾਂ ਹੈ, ਬਸ ਮਨੁੱਖ ਦੇ ਚੇਤੇ ਵਿੱਚ ਨਹੀਂ ਹੈ ਰੱਬ। ਉਹਨੇ ਚੇਤੇ ਜੋ ਭੁਲਾ ਦਿੱਤਾ ਆਪਣੇ ਚੋਂ। ਉਹ ਜੋ ਪਰਮੇਸ਼ਰ ਹੈ ਸਾਰਿਆਂ ਵਿੱਚ ਹੈ, ਉਹਨੂੰ ਅਸੀਂ ਗਵਾ ਨਹੀਂ ਸਕਦੇ, ਕੇਵਲ ਭੁਲਾ ਦਿੱਤਾ ਹੈ, ਚੇਤੇ ਜੋ ਭੁਲਾ ਦਿੱਤਾ ਹੈ। ਦਿਨ ਰਾਤ ਜਦੋਂ ਰੱਬ ਦਾ ਨਾਮ ਜਪਣ ਬਹਿੰਦੇ ਉਦੋਂ ਵੀ ਵਿਰਲਿਆਂ ਨੂੰ ਚੇਤੇ ਆਉਂਦਾ ਨਹੀਂ, ਤੇ ਜਪਦੇ ਵੀ ਬਾਣੀ ਪੜ੍ਹਦੇ ਵੀ ਸੰਗਤ 'ਚ ਬੈਠਿਆਂ ਵੀ ਮਨੁੱਖ ਹੋਰ ਕੁਝ ਹੀ ਸੋਚੀ ਜਾਂਦਾ, ਉਦੋਂ ਵੀ ਭੁੱਲਿਆ ਹੁੰਦਾ। ਉੱਦਾਂ ਦੇ ਕੀ ਅਸੀਂ ਚੇਤੇ ਕਰਨਾ? ਦਿਨ ਰਾਤ ਤੋਂ ਕੀ ਅਸੀਂ ਰੱਬ ਨੂੰ ਚੇਤੇ ਕਰਨਾ, ਧਿਆਉਣਾ? ਕੀਰਾਂ ਸੰਗਤ 'ਚ ਬੈਠਿਆਂ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਵੀ ਸਾਡੀ ਸੁਰਤੀ ਕਿਤੇ ਗਈ, ਉਦੋਂ ਵੀ ਚੇਤੇ 'ਚ ਨਹੀਂ ਰੱਬ ਹੁੰਦਾ। ਏਡੇ ਮਾੜੇ ਭਾਗ। ਗੁਰੂ ਦੀ ਸੰਗਤ 'ਚ ਬੈਠਿਆਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਅੱਧਾ ਘੰਟਾ ਗੁਰੂ ਨੂੰ ਦੇਣਾ, ਉਦੋਂ ਦੇ ਪਾਪੀ ਮਨ ਨੂੰ ਠੋਕਰਾਂ ਮਾਰਿਆ ਕਰੋ। ਪਾਪੀਆ ਹੁਣ ਦੇ 1 ਘੰਟਾ ਦੇ ਟਿਕ ਜਾ, 24 ਘੰਟੇ ਭੱਜਾ ਹੀ ਫਿਰਦਾ ਰਹਿਣਾ, 1 ਘੰਟਾ ਦੇ ਚੇਤੇ ਕਰ ਲਾ ਰੱਬ ਨੂੰ। ਏਦਾਂ ਮਾਰੇ ਕਹਿੰਦੇ ਕੁੱਟ ਕੁੱਟ ਮਨ ਕਸਵੱਟੀ ਲਾਈਏ, ਏਦਾਂ ਉਦੋਂ ਕੁੱਟਿਆ ਕਰੋ 1 ਘੰਟਾ। 24 ਘੰਟੇ ਸੁੱਤੇ ਰਹੋ, ਜਾਗਦੇ ਰਹੋ, ਕਈ ਕੁਝ ਕਰਦੇ ਆ। ਗੁਰੂ ਨੇ ਤੇ ਕਿਹਾ ਸੀ ਸਾਸ ਗਰਾਸ ਜਪੀ, ਤੇ ਸਿੱਖੀ ਇੱਥੋਂ ਸਿੱਖਿਆ ਦਿੱਤੀ ਵੀ 2.5 ਘੰਟੇ ਦਸਵੰਧ ਕੱਢਣਾ ਸਿੱਖ ਪਹਿਲਾਂ, ਫਿਰ 2.5 ਘੰਟੇ ਦਸਵੰਧ ਕੱਢਣਾ ਸਿੱਖ ਜਾਏਗਾ। ਫਿਰ ਉਹ ਅਭਿਆਸ ਕਰਦਿਆਂ ਫਿਰ ਇੱਕ ਦਿਨ ਬਖਸ਼ਿਸ਼ ਹੋ ਜਾਏਗੀ, ਸਵਾਸ ਗਰਾਸ ਵਾਲੀ ਅਵਸਥਾ ਵੀ ਮਿਲ ਜਾਊਗੀ। ਇਹ ਕਈ ਸ਼ੰਕਾ ਕਰ ਦਿੰਦੇ ਆ ਜੀ ਜਪਜੀ ਸਾਹਿਬ ਪੜ੍ਹੀ ਜਾਣਾ ਜਿਹੜਾ ਗੁਰੂ 2.5 ਘੰਟੇ ਦਸਵੰਧ ਕੱਢਣ ਲਈ ਕਹਿੰਦਾ। ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਅਭਿਆਸ ਕਰਨ ਲਈ ਕਹਿੰਦੇ ਆ। ਕੋਈ ਵੀ ਚੀਜ਼ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ, ਉੱਦਾਂ ਨਹੀਂ। ਕਹਿਣ ਨਾਲ ਨੇ ਵੀ ਹਾਂ ਮੈਂ ਆਹ ਕੰਮ ਕਰ ਲੂੰਗਾ, ਇੱਦਾਂ ਕਰ ਲੂੰਗਾ, ਕਹਿਣ ਨੂੰ ਤਾਂ ਬੜੇ ਕਹੀ ਜਾਂਦੇ ਆ, ਪਰ ਕੋਈ ਵੀ ਚੀਜ਼ ਜਿਹੜੀ ਆ ਅਭਿਆਸ ਨਾਲ ਪ੍ਰਾਪਤ ਹੁੰਦੀ, ਉੱਦਾਂ ਨਹੀਂ ਹੁੰਦੀ। ਕੋਈ ਜਰਨਲੀ ਕੋਈ ਚੀਜ਼, ਕੋਈ ਗੁਣ ਸਿੱਖਣਾ ਹੋਵੇ ਜ਼ਿੰਦਗੀ ਵਿੱਚ, ਆ ਕਿਸੇ ਨੇ ਹਾਰਮੋਨੀਅਮ ਸਿੱਖਣਾ, ਗੁਰੂ ਕੇ ਪਿਆਰੇ ਕੀਰਤਨ ਕਰਕੇ ਗਏ, ਇਹਨਾਂ ਨੂੰ ਪੁੱਛੋ ਕਿੰਨੀ ਮਿਹਨਤ ਕੀਤੀ ਹੈ। ਕਹਿਣ ਨਾਲ ਥੋੜ੍ਹਾ ਕਿ ਹਾਂ ਮੈਂ ਵਾਜਾ ਵਜਾ ਲੂੰਗਾ, ਮੈਂ ਕੀਰਤਨ ਕਰ ਲਊਂਗਾ। ਕੋਈ ਵੀ ਸਕਿੱਲ ਆ, ਕੋਈ ਵੀ ਗੁਣ ਆ, ਉਹਨੂੰ ਕਿੰਨਾ ਸਮਾਂ ਕਿਸੇ ਨੇ MBBS ਬਣਨਾ ਤੇ ਕਿੰਨਾ ਚਿਰ ਉਹਨੇ ਘਾਲਣਾ ਘਾਲੀ ਹੈ। ਇਸ ਕਰਕੇ ਜਿਹੜਾ ਰੱਬ ਨੂੰ ਮਿਲਣ ਦੀ ਚੀਜ਼ ਆ ਉਹਨੂੰ ਤੇ ਗੱਲੀ ਬਾਤੀ ਕਹਿ ਦਿੰਦੇ, ਹਾਂ ਇੱਦਾਂ ਨਹੀਂ ਹੁੰਦਾ, ਇੱਦਾਂ ਮਿਲ ਜੂਗਾ। ਉਹ ਗੱਲਾਂ ਨਾਲ ਮਿਲ ਸਕਦਾ, ਕੋਈ ਸਕਿੱਲ ਨਹੀਂ ਮਿਲਦੀ ਗੱਲਾਂ ਨਾਲ, ਉਹਦੀ ਮਿਹਨਤ ਕਰਨੀ ਪੈਂਦੀ, ਅਭਿਆਸ ਕਰਨਾ ਪੈਂਦਾ। ਪਰਮੇਸ਼ਰ ਦੀ ਪ੍ਰਾਪਤੀ ਲਈ ਵੀ ਫਿਰ ਅਭਿਆਸ ਕਰਨਾ ਪੈਂਦਾ। ਹੁਣ ਅਭਿਆਸ ਕਰਨ ਲਈ ਗੁਰਬਾਣੀ ਪੜ੍ਹ ਲਈ, ਮਹਾਰਾਜ ਜੀ ਨੇ ਕਿਹਾ, ਤੇ ਜਿਨ੍ਹਾਂ ਨੇ ਆਪ ਤੇ ਕਰਨਾ ਨਹੀਂ ਸੀ ਉਹ ਕਹਿੰਦੇ ਵਾਰ-ਵਾਰ ਜਪਜੀ ਸਾਹਿਬ ਕੋ ਪੜ੍ਹੀ ਜਾਂਦੇ, ਵਾਰ-ਵਾਰ ਪੜ੍ਹੀ ਜਾਂਦੇ। ਇੱਦਾਂ ਕੀ ਹੁੰਦਾ? ਫਿਰ ਇੱਕੋ ਵਾਰਾਂ ਪੜ੍ਹ ਲਿਆ ਕਿ ਉਹਨੂੰ ਵਿਚਾਰੋ ਤੇ ਜੀਵਨ 'ਚ ਲਿਆਓ। ਗੱਲਾਂ ਨਾਲ ਹੀ ਰੱਬ ਪਾਉਣਾ ਚਾਹੁੰਦੇ ਨਾ, ਵੀ ਜੋ ਗੁਰੂ ਜਪਜੀ ਸਾਹਿਬ ਪੜ੍ਹੋ, ਉਹਨੂੰ ਵਿਚਾਰੋ, ਫਿਰ ਉਹਨੂੰ ਜੀਵਨ 'ਚ ਲੈ ਆਓ। ਅਖੇ ਤਿੰਨਾਂ ਗੱਲਾਂ 'ਚ ਮੁਕਾਤਾ ਸਿੱਖੀ ਦਾ ਕਨਸੈਪਟ ਐਡਾ ਵੱਡਾ। ਇਹ 'ਚ ਕੋਈ ਸ਼ੱਕ ਨਹੀਂ, ਗੁਰਬਾਣੀ ਜਿੱਥੇ ਪੜ੍ਹਨੀ ਉੱਥੇ ਵਿਚਾਰਨੀ ਵੀ ਹੈ ਤੇ ਜੀਵਨ ਵਿੱਚ ਲਿਆਉਣੀ ਵੀ ਆ। ਪਰ ਜਿਵੇਂ ਮਹਾਰਾਜ ਸਾਹਿਬ ਜੀ ਗੁਰਬਾਣੀ 'ਚ ਕਹਿੰਦੇ ਆ ਵੀ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਪੰਕਤੀ ਪੜ੍ਹ ਲਈ, ਪਰਾਏ ਦਾ ਚਿਤਵਨਾ ਨਹੀਂ ਬੁਰਾ।
ਪੜ੍ਹ ਲਈ, ਅਰਥ ਵੀ ਪੜ੍ਹ ਲਏ, ਵਿਚਾਰ ਵੀ ਲਈ, 5-7 ਵਾਰਾਂ ਪੜ੍ਹੀ, 5-7 ਵਾਰਾਂ ਵਿਚਾਰੀ, ਕੀ ਗੁਣ ਮੇਰੇ 'ਚ ਆ ਗਿਆ ਹੈ, ਮੈਂ ਹੁਣ ਕਿਸੇ ਦਾ ਬੁਰਾ ਨਹੀਂ ਚਿਤਵਦਾ। ਇਸ ਕਰਕੇ ਜੇ ਮਹਾਰਾਜ ਨੇ ਕਿਹਾ ਕਿਸੇ ਦਾ ਬੁਰਾ ਚਿਤਵਨਾ ਨਹੀਂ, ਇਹ ਮੈਂ ਪੜ੍ਹ ਲਈ, ਪੰਕਤੀ ਵਿਚਾਰ ਲਈ, ਇਹ ਗੁਣ ਮੇਰੇ 'ਚ ਆ ਗਿਆ, ਹੁਣ ਮੈਂ ਨਹੀਂ ਕਿਸੇ ਦਾ ਬੁਰਾ ਚਿਤਵਦਾ। ਇਸ ਕਰਕੇ ਉਹ ਅਭਿਆਸ ਕੀਤਿਆਂ ਇਹ ਬਖਸ਼ਿਸ਼ ਹੋਣੀ ਹੈ ਗੁਰੂ ਦੀ ਕਿਰਪਾ ਨਾਲ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਨਾਲ ਅਵਸਥਾ ਬਣਨੀ ਆ, ਤੇ ਉਹ ਪੂਰਨ ਕਿਰਪਾ ਫਿਰ ਅਭਿਆਸ ਕਰਕੇ ਉਹਦੇ ਦਰ ਤੇ ਪਿਆਰਿਆਂ ਮੰਗਤਾ ਬਣ ਕੇ ਉਹਦੀ ਸੇਵਾ ਕਰੀ ਜਾਣੀ ਹੈ, ਬਾਣੀ ਜਪੀ ਜਾਣੀ, ਸਿਮਰਨ ਕਰੀ ਜਾਣਾ, ਮੰਗਤੇ ਬਣੇ ਰਹਿਣਾ, ਝੋਲੀ ਅੱਡ ਹੀ ਛੱਡਣੀ। ਹੁਣ ਮੰਗਤਾ ਜਿਹੜਾ ਹੈ ਝੋਲੀ ਅੱਡਦਾ ਤੇ ਫਿਰ ਮੰਗਦਾ ਉਹਦੇ ਕੋਲੋਂ, ਫਿਰ ਮੰਗਦਾ ਰਹਿੰਦਾ ਜਦ ਤੱਕ ਖੈਰ ਪੈ ਨਾ ਜਾਵੇ। ਇਸ ਕਰਕੇ ਜਪਜੀ ਸਾਹਿਬ ਪੜ੍ਹਨਾ, ਜਿੱਥੇ ਵਿਚਾਰਨਾ ਵੀ ਜੀਵਨ 'ਚ ਲਿਆਉਣ ਦੀ ਕੋਸ਼ਿਸ਼ ਕਰਨੀ ਹੈ, ਪਰ ਕਿਆ ਨਹੀਂ ਆ ਜਾਣੀ ਗੱਲੀ ਇੱਦਾਂ, ਫਿਰ ਅਭਿਆਸ ਕਰਨਾ ਪੈਂਦਾ। ਅਭਿਆਸ, ਇੱਕ ਜਪਜੀ ਸਾਹਿਬ ਪੜ੍ਹ ਲਿਆ, ਵਿਚਾਰ ਵੀ ਲਿਆ, ਘੰਟੇ 2 ਘੰਟਿਆਂ 'ਚ ਵਿਚਾਰ ਲਏਗਾ, ਬਾਕੀ 24 ਘੰਟੇ ਫਿਰ ਕੂੜ ਬੋਲੀ ਜਾ, ਝੂਠ ਬੋਲੀ ਜਾ। ਇਸ ਕਰਕੇ ਗੁਰਬਾਣੀ ਦੇ ਨਾਲ ਸਦਾ ਹੀ ਬੰਨ੍ਹ ਛੱਡਣਾ ਮਨ ਨੂੰ। ਗੁਰਬਾਣੀ ਉਪਦੇਸ਼ ਵੀ ਆ ਤੇ ਭਗਤੀ ਵੀ ਆ, ਮੂਲ ਮੰਤਰ ਜਪ ਭਗਤੀ ਕਰ। ਇਸ ਕਰਕੇ ਚਾਹੇ ਗੁਰਬਾਣੀ ਜਪੀਏ, ਜਿਵੇਂ ਵਾਹਿਗੁਰੂ ਵਾਹ ਚਰਜ ਆਗੋ, ਨਾਮ ਹਨੇਰਾ ਰੂਪ ਪ੍ਰਕਾਸ਼ ਦਾ ਸਰੂਪ ਆ, ਗਿਆਨ ਤੇ ਹਨੇਰੇ 'ਚੋਂ ਕੱਢਣ ਵਾਲਾ ਵਾਹਿਗੁਰੂ, ਇਹ ਗੋਣਿਆ ਨਾ, ਮੂਲ ਮੰਤਰ 'ਚ ਵੀ ਗੋਣਿਆ, ਤੇ ਗੁਰਬਾਣੀ ਵੀ ਵਾਹਿਗੁਰੂ ਦੇ ਗੋਣੀ ਗਾਉਂਦੀ ਹੈ। ਗੁਰਬਾਣੀ ਜਪਣੀ, ਮੂਲ ਮੰਤਰ ਗੁਰਮੰਤਰ ਜਪਣਾ, ਇਹ ਭਗਤੀ ਆ ਪਰਮੇਸ਼ਰ ਦੀ। ਇਸ ਕਰਕੇ ਅਭਿਆਸ ਕੀਤਿਆਂ ਹੀ ਪ੍ਰਾਪਤੀ ਹੁੰਦੀ ਹੈ। ਜਿਸ ਪ੍ਰਕਾਰ ਇੱਕ ਚੀਨ ਦਾ ਕੋਈ ਭਲਵਾਨ ਹੋਇਆ, ਉਹ ਕਹਿੰਦੇ ਵੀ ਆ ਜਿਹੜਾ ਵੱਡਾ ਸਾਹਣ ਨਹੀਂ ਹੁੰਦਾ, ਸਾਹਣ ਜਿਹੜਾ ਬਹੁਤ ਵੱਡਾ ਬਲਦ ਸਾਹਣ, ਉਹਦਾ ਚੁੱਕ ਕੇ ਨਾ ਉਹ ਬਾਲਾ ਕਹਿੰਦੇ ਕੱਢ ਦਿੰਦਾ, ਉਹਨੂੰ ਚੁੱਕ ਦਿੰਦਾ। ਐਡਾ ਵੱਡਾ ਸਾਹਣ, ਉਹਨੂੰ ਚੁੱਕਣਾ ਕੋਈ ਖੇਡਿਆ। ਪਰ ਕਹਿੰਦੇ ਉਹਨੇ ਅਭਿਆਸ ਨਾਲ ਗੱਲ ਸਿੱਖੀ। ਜਦੋਂ ਗਾਂ ਸੂਈ, ਉਹਨੇ ਬਛੜਾ ਦਿੱਤਾ ਨਾ, ਉਹਨੂੰ ਰੋਜ਼ ਚੁੱਕਦਾ ਸੀ। ਜਦੋਂ ਜੰਮਿਆ ਉਹ ਰੋਜ਼ ਚੁੱਕਦਾ ਸੀ, ਰੋਜ਼ ਨਾਗਾ ਨਹੀਂ ਪਾਉਂਦਾ, ਰੋਜ਼। ਉਹ ਵੱਡਾ ਹੋਈ ਗਿਆ, ਉਹਨੂੰ ਰੋਜ਼ ਚੁੱਕਦਾ ਰਿਹਾ, ਰੋਜ਼। ਇੱਕ ਦਿਨ ਅਭਿਆਸ ਸਦਕਾ ਜਦੋਂ ਵੱਡਾ ਹੋਇਆ, ਸਾਹਣ ਬਣਿਆ, ਉਹਨੂੰ ਵੀ ਚੁੱਕ ਦਿੱਤਾ ਅਭਿਆਸ ਨਾਲ। ਜਿਹੜੇ ਜੋਗੀ ਕਹਿੰਦੇ ਉਹਨਾਂ ਨੂੰ ਸੱਪ ਦੇ ਲੜਦੇ, ਡੰਗ ਮਾਰਦੇ ਤੇ ਉਹਨਾਂ ਨੂੰ ਜ਼ਹਿਰ ਨਹੀਂ ਚੜ੍ਹਦੀ। ਉਹ ਸਾਡੇ ਨੂੰ ਗੱਲਾਂ ਨਾਲ ਥੋੜ੍ਹਾ ਵੀ ਆਖੇ ਹਾਂ ਮੈਨੂੰ ਡੰਗ ਮਾਰਦੇ, ਮੈਨੂੰ ਨਹੀਂ ਕੋਈ ਕਹਿੰਦਾ ਸੱਪ। ਇਸ ਕਰਕੇ ਉਹਨਾਂ ਨੇ ਅਭਿਆਸ ਵਿੱਚੋਂ ਪ੍ਰਾਪਤੀ ਕੀਤੀ ਹੈ ਚੀਜ਼। ਉਹ ਦੱਸਦੇ ਆ ਵੀ ਉਹ ਪਾਣੀ ਦੇ ਮਟਕੇ ਲੈਂਦੇ ਆ, 7 ਮਟਕੇ ਲੈਂਦੇ ਆ, ਉਹਨਾਂ ਵਿੱਚ ਫਿਰ ਉਹ ਸੱਪ ਦਾ ਪੂਰਾ ਜਿਹੜਾ ਜ਼ਹਿਰ ਆ ਪਹਿਲੇ ਮਟਕੇ 'ਚ ਪਾਉਂਦੇ ਨੇ। ਇਹ ਕਈ ਵਿਧੀਆਂ ਹੋਰ ਵੀ ਹੋ ਸਕਦੀਆਂ ਨੇ, ਕਈ ਗਾਰਡੂ ਮੰਤਰ ਸਿੱਧ ਕੀਤਾ ਹੋਰ ਵੀ। ਇੱਕ ਵਿਧੀ ਦਾਸ ਨੇ ਇਹ ਪੜ੍ਹੀ ਵੀ ਉਹ 7 ਮਟਕੇ ਜਿਹੜੇ ਨੇ ਉਹਦੇ ਪਹਿਲੇ 'ਚ ਪੂਰਾ ਜ਼ਹਿਰ ਪਾਉਂਦੇ ਸੱਪ ਦਾ, ਫਿਰ ਉਹ 'ਚੋਂ ਕੱਢ ਕੇ ਪਾਣੀ ਦੂਜੇ 'ਚ, ਤੀਜੇ ਤੋਂ ਚੌਥੇ 'ਚ, 5ਵੇਂ 6ਵੇਂ 7ਵੇਂ 'ਚ। ਫਿਰ ਪਹਿਲੇ ਦਿਨ ਪਾਣੀ ਉਹ ਜਿਹੜਾ ਸਭ ਤੋਂ ਪੌਜਨ ਜਿਹਦੇ ਵਿੱਚ ਜ਼ਹਿਰ ਥੋੜ੍ਹੀ ਹੈ ਨਾ, ਉਹ ਪੀਂਦੇ ਪਾਣੀ, ਕੋਈ ਦਿਨ ਉਹ ਪੀਂਦੇ ਰਹਿੰਦੇ, ਫਿਰ ਦੂਜੇ ਵਾਲਾ ਪੀਂਦੇ ਰਹਿੰਦੇ, ਤੀਜੇ ਵਾਲਾ, ਚੌਥੇ ਵਾਲਾ। ਅਭਿਆਸ ਕਰਦਿਆਂ ਇੱਕ ਦਿਨ ਐਨ ਪੂਰਾ ਜੀ ਜ਼ਹਿਰ ਹੁੰਦਾ ਨਾ, ਉਹ ਪੀ ਲੈਂਦੇ। ਫਿਰ ਇਸ ਤਰ੍ਹਾਂ ਕਹਿਣ ਤੋਂ ਭਾਵ ਸੀ ਵੀ ਕੋਈ ਵੀ ਚੀਜ਼ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ, ਗੱਲਾਂ ਨਾਲ ਨਹੀਂ। ਇਸ ਕਰਕੇ ਬਾਣੀ ਦਾ ਅਭਿਆਸ ਕਰਦੇ ਰਹਿਣਾ, ਗੁਰਬਾਣੀ ਦਾ ਅਭਿਆਸ ਕਰਦੇ ਰਹਿਣਾ, ਫਿਰ ਗੁਰੂ ਕੀ ਬਖਸ਼ਿਸ਼ ਤੇ ਰਹਿਮਤ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਸਾਨੂੰ ਬਖਸ਼ਿਸ਼ ਰਹਿਮਤ ਸਾਡੀ ਝੋਲੀ ਵਿੱਚ ਪਾਉਂਦੇ ਆ, ਉਹ ਗੁਰੂ ਦੀ ਸੰਗਤ ਵਿੱਚੋਂ ਆ ਕੇ ਪ੍ਰਾਪਤ ਹੁੰਦਾ ਆ। ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਨਾਲ ਉਹ ਪ੍ਰਾਪਤੀ ਹੁੰਦੀ ਆ। ਸੋ ਇੱਥੇ ਹੁਣ ਸਮੇਂ ਦੀ ਸਮਾਪਤੀ ਹੈ। ਆਪਾਂ ਸਰਸੰਗਤ ਦੀ ਗੱਲ ਨੂੰ ਵਿਚਾਰ ਰਹੇ ਸਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੰਗਤ ਨੂੰ ਸਦਾ ਦ੍ਰਿੜ ਕਰਕੇ ਰੱਖੀਏ, ਗੁਰਮੁਖਾਂ ਦੀ ਸੰਗਤ ਕਰੀਏ, ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਧੰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਖ ਪਿੰਡਰਾਂ ਵਾਲਿਆਂ ਨੇ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਮਹਾਂਪੁਰਖ ਪਿੰਡਰਾਂ ਵਾਲਿਆਂ ਨੂੰ ਕਿਹਾ ਸੀ, ਭਾਈ ਹਮੇਸ਼ਾ ਸਿੱਖਾਂ ਦੇ ਸਿੰਘਾਂ ਦੇ ਪਹਿਰੇ ਵਿੱਚ ਰਹਿਣਾ। 25 ਨਹੀਂ ਤੇ ਘੱਟੋ ਘੱਟ 2 ਸਿੰਘ ਹਮੇਸ਼ਾ ਤੁਹਾਡੇ ਦਿਨ ਰਾਤ ਨਾਲ ਹੀ ਰਹਿਣ। ਗੁਰੂ ਦੀ ਸੰਗਤ ਦੇ ਨਾਲ, ਸਿੰਘਾਂ ਦੀ ਸੰਗਤ ਵਿੱਚ ਰਿਹਾ, ਪਿਆਰਿਆਂ ਗੁਰਮੁਖਾਂ ਦੀ ਸੰਗਤ ਵਿੱਚ ਰਿਹਾ, ਜੀਵਨ ਬਚਿਆ ਰਹਿੰਦਾ ਵਿਕਾਰਾਂ ਤੋਂ, ਪਾਪਾਂ ਤੋਂ। ਇਉਂ ਆਪਾਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਨੂੰ ਦ੍ਰਿੜ ਕਰੀਏ, ਨਿਤ ਆਇਆ ਕਰੀਏ, ਸੰਗਤ ਵਿੱਚ ਨਾਮ ਅਭਿਆਸ ਦ੍ਰਿੜ ਕਰੀਏ, ਔਰ ਆਪਣੀ ਸੁਸਾਇਟੀ ਵਿੱਚ ਵੀ ਗੁਰਮੁਖਾਂ ਭਲਿਆਂ ਪਿਆਰਿਆਂ ਦੀ ਸੰਗ ਕਰੀਏ, ਤਾਂ ਜੋ ਸਾਡਾ ਜੀਵਨ ਜਿਹੜਾ ਹੈ ਉਹ ਸਤਿਗੁਰੂ ਦੇ ਦਰਸਾਏ ਉਪਦੇਸ਼ ਅਨੁਸਾਰ ਬਣ ਸਕੇ। ਗੁਰੂ ਅੱਗੇ ਬੇਨਤੀਆਂ ਕਰੀਏ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੋਂ ਕਸੁੱਧਾ ਕਾਲੀਆਂ ਬਾਹਰ ਚਿੜਵੀ ਆ, ਕਿਉ ਛੋਟੋਂ ਕੈਸੇ ਤਰੋਂ ਭਵਜਨਤ ਭਾਰੀ, ਰਾਖ ਮੇਰੇ ਬੀਠਲਾ
ਜਨ ਸ਼ਰਨ ਤੁਮਾਰੀ। ਮਹਾਰਾਜ ਤਰਨਾ ਨਹੀਂ ਜਾਣਦੇ, ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੇ ਤੇ ਵੀ ਉਹ ਰਹਿਮਤ ਕਰੋ ਜਿਹੜੀ ਤੇਰੇ ਪਿਆਰਿਆਂ ਉੱਤੇ ਹੈ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦੇਣੀ, ਅਸੀਸ ਬਖਸ਼ਿਓ। ਕਥਾ ਕਰਨ ਦੀ ਜਾ ਜਾਵੇ, ਸਿੱਖੀ ਪ੍ਰਭਗਤਾ ਵਜ ਨਿਭ ਜਾਵੇ। ਬੁਲਾਓ ਫਤਿਹ, ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।